ਇਹ ਟਾਊਨ ਹਾਲ ਟਾਈਪ ਡਿਸਕਸ਼ਨ ਹੈਗਾ। ਸੋ ਤੁਸੀਂ ਆਪਣੇ ਟੈਕਸਟ ਕਰਕੇ ਆਪਣੇ ਫੇਸਬੁੱਕ ਦੇ ਉੱਤੇ ਈਮੇਲ ਕਰ ਦਿਓ, ਮੈਸੇਜ ਕਰ ਦਿਓ ਸਾਨੂੰ, ਤਾਂ ਅਸੀਂ ਟਰਾਈ ਕਰਾਂਗੇ ਸਾਰੇ ਸਵਾਲ ਜਵਾਬ ਇਸ ਘੰਟੇ ਦੇ ਵਿੱਚ ਅਸੀਂ ਤੁਹਾਨੂੰ ਇਨਫੋਰਮੇਸ਼ਨ ਦੇਵਾਂਗੇ। ਮੇਨ ਸਾਡਾ ਪਰਪਸ ਹੈਗਾ ਕਿ ਆਪਾਂ ਜਿਹੜੇ ਡਿਸਇਨਫੋਰਮੇਸ਼ਨ ਬਾਹਰ ਆਈ ਹੈ ਕਮਿਊਨਿਟੀ ਦੇ ਵਿੱਚ ਉਹਨੂੰ ਆਪਾਂ ਦੂਰ ਕਰੀਏ, ਤਾਂ ਕਿ ਜਿਹੜੇ ਵੈਕਸੀਨ ਦੀਆਂ ਕੀ ਚੰਗਿਆਈਆਂ ਹੈਗੀਆਂ, ਕੀ ਖੂਬੀਆਂ ਹੈਗੀਆਂ, ਜਾਂ ਕੀ ਨੁਕਸਾਨ ਜਾਂ ਡੇਂਜਰ ਵੀ ਹੋ ਸਕਦੇ, ਉਹਦੇ ਬਾਰੇ ਤੁਹਾਨੂੰ ਸਹੀ ਤਰੀਕੇ ਦੇ ਨਾਲ ਡਾਕਟਰਾਂ ਤੋਂ ਜਾਣਕਾਰੀ ਦਿੱਤੀ ਜਾਵੇ। ਸੋ ਬੇਸਿਕਲੀ ਆਪਣੀ ਸਾਰਿਆਂ ਨੂੰ ਪਤਾ COVID-19 ਬਿਮਾਰੀ ਦੇ ਨਾਲ ਆਪਣਾ ਕਾਫੀ ਨੁਕਸਾਨ ਹੋ ਚੁੱਕਾ। ਇਸ ਵੇਲੇ ਈਵਨ ਮੋਰ ਆਪਾਂ ਸੀਰੀਅਸ ਕੰਡੀਸ਼ਨਸ ਹੈਗੇ ਆ, ਕਿਉਂਕਿ BC ਦੇ ਵਿੱਚ ਵੀ ਲਾਕਡਾਊਨ ਕੀਤਾ, ਪਰ ਇਹ ਵੈਕਸੀਨ ਦੇ ਨਾਲ ਸਾਡੀਆਂ ਜਾਨਾਂ ਬਖਸ਼ਦੀਆਂ, ਸਾਡੀ ਬਚਾਅ ਹੋ ਰਿਹਾ। ਸੋ ਸਾਨੂੰ ਹੋਰ ਪ੍ਰੋਟੈਕਟ ਕਰਨਾ ਚਾਹੀਦਾ, ਸਾਨੂੰ ਵੈਕਸੀਨ ਲਾਉਣੀ ਚਾਹੀਦੀ ਤਾਂ ਕਿ ਆਪਾਂ ਮੁੜ ਕੇ ਰੂਟੀਨ ਦੇ ਵਿੱਚ ਆਈਏ। ਸੋ ਇਸ ਤੋਂ ਮੈਂ ਬਾਹਲਾ ਤੁਹਾਡਾ ਟਾਈਮ ਨਹੀਂ ਲੈਣਾ। ਹੁਣ ਮੈਂ ਆਪਣੇ ਭਰਾ ਸੁਖ ਧਾਲੀਵਾਲ ਨੂੰ ਕਹਿਣਾ ਕਿ ਉਹ ਓਪਨਿੰਗ ਰਿਮਾਰਕਸ ਕਰਨਗੇ, ਤੇ ਉਸ ਤੋਂ ਬਾਅਦ ਫਿਰ ਅਸੀਂ ਡਾਕਟਰਾਂ ਨੂੰ ਜਾਣੇ। ਸੁਖ। ਧੰਨਵਾਦ ਰਣਦੀਪ, ਛੋਟੇ ਵੀਰ ਦਾ। ਮੇਰੇ ਦਾ ਇਹ ਅੱਜ ਖੁਸ਼ੀ ਆ, ਮਾਣ ਵੀ ਆ ਕਿ ਅਸੀਂ ਦੋਨੇ ਹੋਰ ਵੀ ਕਈ ਪ੍ਰੋਜੈਕਟ ਜਿਹੜੇ ਆ ਅਸੀਂ ਸਾਂਝੇ ਤੌਰ ਤੇ ਕਰਦੇ ਹਾਂ, ਜਿਹੜੇ ਵਿੱਚ ਕਮਿਊਨਿਟੀ ਦੀ ਹੈਲਪ ਜਿਹੜੀ ਆ ਉਹ ਹੋ ਸਕੇ। ਤੇ ਅੱਜ ਇਹ ਬਹੁਤ ਜਿਹੜਾ ਹੈਗਾ ਜ਼ਰੂਰੀ ਜਿਹੜਾ ਸਬਜੈਕਟ ਹੈਗਾ ਜਿਹਦੇ ਤੇ ਅਸੀਂ ਇਹ ਟਾਊਨ ਹਾਲ ਰੱਖੀ ਆ, ਔਰ ਇਹਦੇ ਵਿੱਚ ਜਿਹੜਾ ਹੈਗਾ ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਵੀ ਚਾਹੇ ਉਹ ਵਰਚੁਅਲੀ ਆਨਲਾਈਨ ਜੁਆਇਨ ਕੀਤਾ ਜਾਂ ਸੋਸ਼ਲ ਮੀਡੀਆ ਦੇ ਥਰੂ ਤੁਸੀਂ ਜਿਹੜੇ ਹੈਗੇ ਹੋ ਅੱਜ ਸਾਡੇ ਨਾਲ ਇਕੱਠੇ ਹੋਏ ਹੈਗੇ ਹੋ। ਔਰ ਖਾਸ ਕਰਕੇ ਮੈਂ ਸਪੈਸ਼ਲ ਜਿਹੜਾ ਧੰਨਵਾਦ ਕਰਨਾ ਚਾਹੁੰਦਾ ਹੈਗਾ ਉਹ ਹੈਗੀ ਸਾਊਥ ਏਸ਼ੀਅਨ ਕੋਵਿਡ ਟਾਸਕ ਫੋਰਸ ਜਿਹੜੀ ਸਾਡੀ ਬਣੀ ਹੈਗੀ ਆ, ਔਰ ਉਹਨਾਂ ਵਿੱਚੋਂ ਖਾਸ ਕਰਕੇ ਅੱਜ ਸਾਡੇ 'ਚ ਜਿਹੜੇ ਦੋ ਮਹਿਮਾਨ ਆਏ ਹੋਏ ਨੇ ਜਿਨ੍ਹਾਂ ਤੇ ਸਾਨੂੰ ਪੂਰਾ ਮਾਣ ਆ, ਔਰ ਤੁਹਾਨੂੰ ਵੀ ਮਾਣ ਆ ਕਿ ਸਾਡੇ ਹੀ ਕਮਿਊਨਿਟੀ ਦੇ ਵਿੱਚੋਂ ਉੱਠ ਕੇ ਇਹਨਾਂ ਨੇ ਜਿਹੜੀ ਜਿੱਥੇ ਆਪਣੀਆਂ ਪਰਸਨਲ ਤੌਰ ਤੇ ਮੱਲਾਂ ਮਾਰੀਆਂ, ਉਹਦੇ ਵਿੱਚ ਅੱਜ ਜਿੱਥੇ ਲੋੜ ਸੀਗੀ ਇਹਨਾਂ ਦੇ ਟੈਲੈਂਟ ਦੀ, ਇਹਨਾਂ ਦੇ ਨੌਲੇਜ ਦੀ, ਉਹ ਇੱਥੇ ਦੇਣ ਵਾਸਤੇ ਸਾਡੇ ਨਾਲ ਇਹ ਅੱਜ ਆਏ ਹੋਏ ਨੇ। ਬਿਫੋਰ ਮੈਂ ਜਿਹੜੇ ਸਾਡੇ ਸਪੈਸ਼ਲ ਗੈਸਟ ਆ ਉਹਨਾਂ ਨੂੰ ਫਾਰਮਲੀ ਇੰਟਰੋਡਿਊਸ ਕਰਾਂ, ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸਾਡੀ ਸਰਕਾਰ ਜਿਹੜੀ ਲਿਬਰਲ ਸਰਕਾਰ ਆ, ਬੜੇ ਭਰਮ ਭੁਲੇਖੇ ਜਿਹੜੇ ਨੇ ਉਹ ਪਾਏ ਜਾ ਰਹੇ ਨੇ ਜੀ ਵੀ ਕੋਵਿਡ ਦੀ ਜਿਹੜੀ ਵੈਕਸੀਨ ਹੈਗੀ ਆ ਉਹ ਠੀਕ ਨਹੀਂ ਚੱਲ ਰਹੀ। ਮੈਂ ਤੁਹਾਨੂੰ ਸਾਰਿਆਂ ਨੂੰ ਇਹ ਸ਼ੋਰ ਕਰਨਾ ਚਾਹੁੰਦਾ ਹੈਗਾ ਕਿ ਗੌਰਮੈਂਟ ਨੇ ਆਪਣੀਆਂ ਪੂਰੀਆਂ ਐਫਰਟਸ ਜਿਹੜੀਆਂ ਨੇ ਇਸ ਪਾਸੇ ਪਾਈਆਂ ਹੋਈਆਂ ਨੇ। ਅੱਜ ਤੱਕ ਜੇ ਦੇਖਿਆ ਜਾਵੇ 6 ਮਿਲੀਅਨ ਡੋਜ਼ੇ ਜਿਹੜੀਆਂ ਨੇ ਉਹ ਡਿਸਟ੍ਰੀਬਿਊਟ ਹੋ ਚੁੱਕੀਆਂ, ਔਰ ਅੱਜ ਤੱਕ ਜਿਹੜੀਆਂ ਨੇ 9.5 9.5 ਮਿਲੀਅਨ ਡੋਜ਼ ਜਿਹੜੀਆਂ ਨੇ ਉਹ ਕੈਨੇਡਾ ਨੇ ਜਿਹੜੀਆਂ ਉਹ ਆ ਚੁੱਕੀਆਂ, ਔਰ ਇਸ ਤੋਂ ਬਾਅਦ ਕੱਲ ਨੂੰ ਅਪ੍ਰੈਲ ਸ਼ੁਰੂ ਹੋਣੀ ਆ। ਹਰ ਹਫ਼ਤੇ ਅਪ੍ਰੈਲ ਦੇ ਔਰ ਮਈ ਦੇ 1 ਮਿਲੀਅਨ ਡੋਜ਼ ਜਿਹੜੀਆਂ ਨੇ ਉਹ ਇੱਥੇ ਆਉਣੀਆਂ ਹੈਗੀਆਂ ਕੈਨੇਡਾ ਦੇ ਵਿੱਚ, ਫਾਈਜ਼ਰ ਦੀਆਂ ਔਰ ਮੋਡਰਨਾ ਦੀਆਂ। ਔਰ ਇੱਕ ਹੋਰ ਪ੍ਰਧਾਨ ਮੰਤਰੀ ਉਹਨਾਂ ਨੇ ਕੱਲ ਜਿਹੜੀ ਸੀਗੀ ਅਨਾਊਂਸਮੈਂਟ ਕੀਤੀ ਸੀਗੀ, ਉਹ ਕਿਹਾ ਸੀਗਾ ਕਿ ਵੀ ਜੂਨ ਦੇ ਵਿੱਚ ਫਾਈਜ਼ਰ ਨੇ ਇਹ ਕਿਹਾ ਵੀ ਅਸੀਂ 5 ਮਿਲੀਅਨ ਡੋਜ਼ਸ ਜਿਹੜੀਆਂ ਹੈਗੀਆਂ ਨੇ ਉਹ ਐਡਵਾਂਸ ਅਸੀਂ ਜਿਹੜੀਆਂ ਦੇਵਾਂਗੇ, ਤਾਂ ਕਿ ਕੱਲੀਆਂ ਜੇ ਜੂਨ 'ਚ ਹੀ ਦੇਖਦੇ ਆ ਤਾਂ 9.6 9.5 ਮਿਲੀਅਨ ਦੇ ਕਰੀਬ ਡੋਜ਼ਸ ਜਿਹੜੀਆਂ ਹੈਗੀਆਂ ਉਹ ਕੱਲੀਆਂ ਜਿਹੜੀਆਂ ਹੈਗੀਆਂ ਉਹ ਜੂਨ ਦੇ ਮਹੀਨੇ 'ਚ ਆਉਣੀਆਂ। ਔਰ ਜਦੋਂ ਆਪਾਂ ਇਹ ਸਾਰੀ ਚੀਜ਼ ਨੂੰ ਵੇਖਦੇ ਹੈਗੇ ਆ ਤਾਂ ਜਿਹੜੀ ਡਿਸਟ੍ਰੀਬਿਊਸ਼ਨ ਹੈਗੀ ਆ, ਜਾਂ ਅਸੀਂ ਵਾਅਦਾ ਕੀਤਾ ਸੀ ਸਰਕਾਰ ਨੇ ਕਿ ਸਪਟੈਂਬਰ ਦੇ ਐਂਡ ਤੋਂ ਪਹਿਲਾਂ ਹਰ ਇੱਕ ਕੈਨੇਡੀਅਨ ਜਿਹੜਾ ਹੈਗਾ ਜਿਹਨੂੰ ਜਿਹੜਾ ਚਾਹੂਗਾ ਕਿ ਮੈਨੂੰ ਵੈਕਸੀਨ ਲੱਗੇ, ਉਹਨਾਂ ਨੂੰ ਜਿਹੜੀ ਵੈਕਸੀਨ ਹੈਗੀ ਆ ਉਹ ਮੁਹੱਈਆ ਕਰਾਈ ਜਾਵੇਗੀ। ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਮੈਂ ਬੜਾ ਸਮਾਂ ਅੱਜ ਨਹੀਂ ਵਿੱਚ ਰਹਿਣਾ, ਸਾਡੇ ਜਿਹੜੇ ਸਪੈਸ਼ਲ ਗੈਸਟ ਆਏ ਹੋਏ ਨੇ ਉਹਨਾਂ ਚੋਂ ਇੱਕ ਗੈਸਟ ਜਿਹੜੇ ਨੇ ਸਪੈਸ਼ਲ ਗੈਸਟ ਸਾਡੇ, ਮੈਂ ਉਹਨਾਂ ਦਾ ਪਰਿਚੈ ਕਰਾਊਂਗਾ। ਉਹ ਜਦੋਂ ਸਪੈਸ਼ਲ ਗੈਸਟ ਦੀ ਗੱਲ ਕਰਦੇ ਹੈਗੇ ਆ, ਉਹ ਸਾਊਥ ਏਸ਼ੀਅਨ ਜਿਹੜੀ ਕੋਵਿਡ ਟਾਸਕ ਫੋਰਸ ਬਣੀ ਆ ਉਹਨਾਂ ਦੇ ਇੱਕ ਮਹੱਤਵਪੂਰਨ ਮੈਂਬਰ ਨੇ। ਔਰ ਇਹ ਜਿਹੜਾ ਹੈਗਾ ਟਾਸਕ ਫੋਰਸ ਜਿਹੜੀ ਹੈਗੀ ਆ, ਇਹਦੇ ਵਿੱਚ ਮੈਡੀਕਲ ਪ੍ਰੋਫੈਸ਼ਨ ਜਿਹੜੇ ਨੇ ਥਰੂ ਆਊਟ ਜਿਹੜੇ ਕੈਨੇਡਾ ਡਿਫਰੈਂਟ ਐਕਸਪਰਟੀ ਜਿਹੜੀਆਂ ਨੇ ਸਾਡੀ ਕਮਿਊਨਿਟੀ ਦੇ ਵਿੱਚ, ਉਹਨਾਂ ਨੂੰ ਲੈ ਕੇ ਇਹਨਾਂ ਨੇ ਇਕੱਠਾ ਕੀਤਾ। ਉਹਨਾਂ ਵਿੱਚੋਂ ਇੱਕ ਮੈਂਬਰ ਜਿਹੜੇ ਨੇ ਉਹ ਅਲਬਰਟਾ ਯੂਨੀਵਰਸਿਟੀ ਤੋਂ, ਕਿਉਂਕਿ ਮੈਨੂੰ ਮੌਕਾ ਮੈਂ ਰਿਹਾ ਪਹਿਲੀ ਮੇਰੀ ਜ਼ਿੰਦਗੀ ਦੇ ਜਿਹੜੇ ਕਈ ਸਾਲ ਸੀ ਕੈਨੇਡਾ 'ਚੋਂ ਮੈਂ ਅਲਬਰਟਾ 'ਚ ਬਿਤਾਏ ਨੇ, ਔਰ ਉਹ ਯੂਨੀਵਰਸਿਟੀ ਆਫ ਅਲਬਰਟਾ ਤੋਂ ਮੈਡੀਕਲ ਸਕੂਲ ਤੋਂ ਜਿਹੜੀ ਸੀਗੀ ਉਹਨਾਂ ਨੇ MD ਦੀ ਡਿਗਰੀ ਜਿਹੜੀ ਸੀ ਉਹ ਪ੍ਰਾਪਤ ਕੀਤੀ। ਔਰ ਇਹ ਜਿਹੜੇ ਸਾਡੇ ਸਪੈਸ਼ਲ ਗੈਸਟ ਨੇ ਨਾ, ਇਹਨਾਂ ਦਾ ਹਮੇਸ਼ਾ ਹੀ ਜਿਹੜਾ ਜ਼ੋਰ ਆ ਉਹ ਇਸ ਗੱਲ ਤੇ ਲੱਗਿਆ ਹੁੰਦਾ ਕਿ ਅਸੀਂ ਜਿਹੜੇ ਆਪਣੇ ਪੇਸ਼ੈਂਟਸ ਨੇ ਉਹਨਾਂ ਨੂੰ ਇੰਪਾਵਰ ਕਿੱਦਾਂ ਕਰਨਾ। ਦੇਖੋ, ਇੱਕ ਹੁੰਦਾ ਫੈਮਿਲੀ ਫਿਜ਼ੀਸ਼ੀਅਨ ਦਾ ਕੰਮ ਆ, ਗਏ ਦਵਾਈ ਲਿਖਤੀ, ਉਹ ਬੜਾ ਸੌਖਾ ਵਾ, ਪਰ ਜਿਹੜਾ ਪੇਸ਼ੈਂਟ ਨੂੰ ਇੰਪਾਵਰ ਕਰਨਾ ਜਿਹੜਾ ਹੈਗਾ ਉਹ ਇੱਕ ਖਾਸ ਮਹੱਤਤਾ ਹੈਗੀ ਆ ਜਿਹੜੀ ਇਹਨਾਂ ਨੇ ਰੋਲ ਨਿਭਾਇਆ। ਔਰ ਉਹਦੇ ਵਿੱਚ ਖਾਸ ਕਰਕੇ ਜਦੋਂ ਵਿਮਨ ਦੀ ਗੱਲ ਆਉਂਦੀ ਹੈਗੀ ਆ, ਉਹਦੇ ਵਿੱਚ ਜਿਹੜਾ ਹੈ ਇਹਨਾਂ ਦਾ ਇੱਕ ਬਹੁਤ ਵੱਡਾ
ਜਿਹੜਾ ਹੈਗਾ ਉਹ ਰੋਲ ਹੈਗਾ ਤਾਂ ਕਿ ਲੋਕ ਜਿਹੜੇ ਨੇ ਆਪਣੀ ਹੈਲਦੀ ਲਾਈਫ ਜਿਹੜੀ ਆ ਉਹ ਲਿਵ ਕਰ ਸਕਣ। ਤਕਰੀਬਨ 20 ਸਾਲ ਦਾ ਇਹ ਤਜਰਬਾ ਜਿਹੜਾ ਹੈਗਾ ਉਹ ਰੱਖਦੇ ਨੇ ਆਪਣੇ ਫੀਲਡ ਦੇ ਵਿੱਚ ਐਜ਼ ਏ ਫੈਮਿਲੀ ਫਿਜ਼ੀਸ਼ੀਅਨ, ਤੇ ਮੈਂਬਰ ਜਿਹੜੇ ਨੇ ਉਹ ਸਰੀ ਨਾਰਥ ਡੈਲਟਾ ਫੈਮਿਲੀ ਪ੍ਰੈਕਟਿਸ ਡਿਵੀਜ਼ਨ ਦੇ। ਮੈਂ ਆਪਣੇ ਵੱਲੋਂ, ਮੇਰੇ ਛੋਟੇ ਵੀਰ ਰਣਦੀਪ ਵੱਲੋਂ, ਔਰ ਇਨਫੈਕਟ ਤੁਹਾਡੇ ਸਾਰਿਆਂ ਵੱਲੋਂ ਸਾਡੇ ਬਹੁਤ ਹੀ ਮਹੱਤਵਪੂਰਨ ਜਿਹੜੇ ਨੇ ਔਰ ਇੱਕ ਟੈਲੈਂਟਡ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਜਿਹੜੀ ਆ ਉਹਦੇ 20 ਸਾਲ ਜਿਹੜੇ ਨੇ ਉਹ ਸੇਵਾ ਦੇ ਵਿੱਚ ਲਾਏ ਹੈਗੇ ਨੇ ਕੈਨੇਡੀਅਨ ਦੇ। ਔਰ ਬ੍ਰਿਟਿਸ਼ ਕੋਲੰਬੀਆ ਦੀ ਜਦੋਂ ਚੈਪਟਰ ਦੇ ਜਿਹੜੇ ਨੇ ਇਸ ਦੇ COVID-19 ਦੀ ਟਾਸਕ ਫੋਰਸ ਦੇ ਫਾਊਂਡਰ ਮੈਂਬਰ ਨੇ, ਤੇ ਮੈਂ ਹੁਣ ਤੁਹਾਡੇ ਰੂਬਰੂ ਕਰਨ ਜਾ ਰਿਹਾ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਮਧੂ ਜਵੰਦਾ ਜੀ। ਥੈਂਕ ਯੂ ਜੀ। ਥੈਂਕ ਯੂ ਤੁਹਾਡੇ ਤੇ ਰਣਦੀਪ ਵੀਰ ਜੀ ਦਾ ਬਹੁਤ ਸਾਨੂੰ ਇੱਥੇ ਮੌਕਾ ਦਿੱਤਾ ਵੀ ਅਸੀਂ ਇਕੱਠੇ ਹੋ ਕੇ ਆਪਾਂ ਸਾਰੇ ਰਲ ਮਿਲ ਕੇ ਸਾਰੀ ਇਨਫੋਰਮੇਸ਼ਨ ਆਪਣੇ ਭਾਈਚਾਰੇ ਨੂੰ ਸਾਰੇ ਚੰਗੀ ਤਰ੍ਹਾਂ ਦਈਏ ਕੋਵਿਡ ਬਾਰੇ। ਤੇ ਜਿਹੜੀ ਕੋਵਿਡ ਹੈਗੀ ਉਹ ਇੰਨੀ ਆਪਾਂ ਕਦੇ ਸੋਚ ਨਹੀਂ ਸਕਦੇ ਸੀ ਵੀ ਆਪਾਂ ਇਸ ਜ਼ਮਾਨੇ 'ਚ ਰਹਾਂਗੇ ਜਿੱਥੇ ਕੋਵਿਡ ਇੰਨਾ ਫੈਲਿਆ ਹੋਇਆ, ਪੂਰੀ ਦੁਨੀਆ ਨੂੰ ਖੜਾਇਆ ਹੋਇਆ, ਤੇ ਇੰਨੇ ਲੋਕ ਵਿਚਾਰੇ ਮੌਤਾਂ ਹੋਈਆਂ ਨੇ, ਸੀਰੀਅਸ ਬਿਮਾਰੀਆਂ ਹੋਈਆਂ ਨੇ। ਆਪਣੇ ਕੈਨੇਡਾ ਦੇ ਵਿੱਚ ਤਕਰੀਬਨ 980,000 ਸੋ 9.8 ਲੱਖ ਲੋਕ ਬਿਮਾਰ ਹੋਏ ਨੇ। ਉਹਨਾਂ ਚੋਂ 23,000 ਲੋਕਾਂ ਦੀ ਮੌਤਾਂ ਹੋਈਆਂ ਨੇ। ਸੋ ਆਪਾਂ ਨੂੰ ਇਕੱਠਿਆਂ ਨੂੰ ਰਲ ਮਿਲ ਕੇ ਇਹ ਕੰਮ ਕਰਨਾ ਚਾਹੀਦਾ। ਤੇ ਮੈਂ ਬਹੁਤ ਧੰਨਵਾਦ ਹਾਂ ਵੀ ਸਾਨੂੰ ਤੁਸੀਂ ਮੌਕਾ ਦਿੱਤਾ ਵੀ ਅਸੀਂ ਸਾਰੇ ਸਵਾਲ ਜਵਾਬ ਇੱਥੇ ਕਰ ਸਕਦੇ ਹਾਂ। ਥੈਂਕ ਯੂ ਜੀ। ਥੈਂਕ ਯੂ ਡਾਕਟਰ ਜਵੰਦਾ, ਔਰ ਤੁਹਾਡੀ ਸੇਵਾ ਦਾ ਜਿਹੜਾ ਤੁਸੀਂ ਇਹ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੇ ਕਿ ਇਹ ਵੋਲੰਟੀਅਰ ਤੌਰ ਤੇ ਕਰਦੇ ਆਪਣੇ ਨਾਰਮਲ ਜਿਹੜੇ ਡੇ ਟਾਈਮ ਮੈਡੀਕਲ ਇਹਨਾਂ ਦੀ ਪ੍ਰੈਕਟਿਸ ਹੈਗੀ। ਉਸ ਤੋਂ ਇਲਾਵਾ ਇਹ ਜਿਹੜੀ BC ਕੋਵਿਡ ਟਾਸਕ ਫੋਰਸ ਆ, ਇਹ ਗਰੁੱਪ ਜਿਹੜਾ ਹੈਗਾ ਇਹ ਡਾਕਟਰਸ ਆ, ਇਹਨਾਂ 'ਚ ਮੈਡੀਕਲ ਲਾਇਰਸ ਵੀ ਹੈਗੇ ਆ, ਉਹਨਾਂ ਦੇ ਵਿੱਚ ਮੈਂਟਲ ਹੈਲਥ ਐਕਸਪਰਟਸ ਵੀ ਹੈਗੇ ਆ। ਇਹ ਸਾਰੇ ਰਲ ਮਿਲ ਕੇ ਇਹਨੀ ਕਾਫੀ ਇਨਫੋਗ੍ਰਾਫਿਕਸ ਇਨਫੋਰਮੇਸ਼ਨ TV ਤੇ ਆਉਣਾ, ਰੇਡੀਓ ਤੇ ਆਉਣਾ, ਫੇਸਬੁੱਕ ਤੇ ਆਉਣਾ, ਸੋਸ਼ਲ ਮੀਡੀਆ ਤੇ ਆਉਣਾ, ਔਰ ਇਸ ਦੇ ਨਾਲ ਹੋਰ ਜਿੰਨੇ ਵੀ ਸਾਡੇ ਕਲਚਰਲ ਗਰੁੱਪਸ ਆ ਉਹਨਾਂ ਨੂੰ ਅਵੇਅਰਨੈਸ ਦੇਣੀ, ਇਹ ਨਹੀਂ ਆਪਣਾ ਫਰਜ਼ ਨਿਭਾਇਆ। ਸੋ ਮੈਂ ਬਹੁਤ ਇਹਨਾਂ ਦਾ ਧੰਨਵਾਦ। ਨੈਕਸਟ ਸਾਡੇ ਜਿਹੜੇ ਸਪੀਕਰ ਹੈਗੇ ਉਹ ਮੇਰੀ ਵੱਡੀ ਭੈਣ ਆ, ਔਰ ਡਾਕਟਰ ਨਵਦੀਪ ਗਰੇਵਾਲ, ਉਹ ਐਮਰਜੈਂਸੀ ਰੂਮ ਫਿਜ਼ੀਸ਼ੀਅਨ ਹੈਗੇ ਆ। ਉਹ ਡੈਲਟਾ ਹਸਪੀਟਲ ਦੇ ਵਿੱਚ ਐਂਡ ਮਾਊਂਟ ਸੇਂਟ ਜੋਸਫ ਹਸਪੀਟਲ ਵੈਨਕੂਵਰ ਦੇ ਵਿੱਚ ਤਕਰੀਬਨ 20 ਸਾਲ ਦੀ ਸੇਵਾ ਕਰਦੇ। ਉਹ ਸਰੀ 'ਚ ਗਰੋ ਅਪ ਹੋਏ ਆ ਤੇ ਉਹਨੇ ਆਪਣੀ ਟ੍ਰੇਨਿੰਗ ਜਿਹੜੀ ਉਹ UBC ਤੇ ਕੁਈਨਸ ਯੂਨੀਵਰਸਿਟੀ ਦੇ ਵਿੱਚ ਲਏ ਆ। ਉਹ ਵੀ ਇਸ ਦੇ ਨਾਲ ਡਾਕਟਰ ਜਵੰਦਾ ਉਹਨਾਂ ਦੇ ਨਾਲ BC ਸਾਊਥ ਏਸ਼ੀਅਨ ਕੋਵਿਡ ਟਾਸਕ ਫੋਰਸ ਦੇ ਮੈਂਬਰ ਹੈਗੇ। ਸੋ ਅਸੀਂ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਕਿ ਉਹਨੇ ਵੀ ਕੀਤਾ। ਸੋ ਮੈਂ ਉਹਨਾਂ ਨੂੰ ਵੀ ਕਹੂੰਗਾ ਕਿ 2 ਸ਼ਬਦ ਲੈਣ, ਉਸ ਤੋਂ ਬਾਅਦ ਅਸੀਂ ਤੁਹਾਡੇ ਫਿਰ ਕੁਐਸਚਨ ਆਨਸਰ ਕਰਨੇ ਸ਼ੁਰੂ ਕਰਾਂਗੇ। ਥੈਂਕ ਯੂ ਰਣਦੀਪ, ਥੈਂਕ ਯੂ ਸੈਕਟਰੀ ਸਾਨੂੰ ਇਨਵਾਈਟ ਕੀਤਾ ਹੈਗਾ ਇਸ ਮੌਕੇ ਤੇ ਮੈਂ ਵੀ ਇਹ ਕਹਿਣਾ ਚਾਹੁੰਦੀ ਹਾਂ ਤੇ ਜਦੋਂ ਮੈਂ ਐਮਰਜੈਂਸੀ ਰੂਮ ਵਿੱਚ ਕੰਮ ਕਰਦੀ ਹਾਂ ਉੱਥੇ ਮੈਂ ਕਈ ਮਰੀਜ਼ ਦੇਖੇ ਹੈਗੇ ਆ ਕੋਵਿਡ ਵਾਲੇ, ਕੋਵਿਡ ਤੋਂ ਬਿਨਾਂ, ਤੇ ਮੈਂ ਵੀ ਚਾਹੁੰਦੀ ਹੈਗੀ ਹਾਂ ਤੇ ਕੋਵਿਡ ਦਾ ਜਿਹੜਾ ਜ਼ਮਾਨਾ ਹੈ ਸਾਡੇ ਪਿੱਛੇ ਪਵੇ ਕਿ ਆਪਾਂ ਸਾਰੇ ਮਾਸਕ ਲਾਈਏ ਤੇ ਵੈਕਸੀਨ ਲਵਾ ਕੇ ਆਪਾਂ ਆਪਣੀ ਪੂਰੀ ਕੰਟਰੀ ਨੂੰ ਖੋਲ ਕੇ ਪੂਰੀ ਤਰ੍ਹਾਂ ਖੁਸ਼ ਹੋ ਕੇ ਰਹੀਏ ਕਹਾਂ ਕੇ। ਥੈਂਕ ਯੂ ਡਾਕਟਰ ਗਰੇਵਾਲ। ਹੁਣ ਅਸੀਂ ਤੁਹਾਡੇ ਕੁਐਸਚਨ, ਸਭ ਤੋਂ ਪਹਿਲਾ ਕੁਐਸਚਨ ਅਸੀਂ ਐਸ ਕਰਦੇ ਤੁਹਾਡੇ ਦੋਨਾਂ ਚੋਂ ਜਿਹੜਾ ਵੀ ਆਨਸਰ ਕਰਨਾ ਚਾਹੁੰਦੇ ਤੁਹਾਡੀ ਮਰਜ਼ੀ ਹੈ। ਸਭ ਤੋਂ ਪਹਿਲਾਂ ਵੈਕਸੀਨੇਟ ਹੋਣਾ ਕਾਹਤੇ ਇੰਪੋਰਟੈਂਟ ਹੈ, ਕਾਹਤੇ ਜ਼ਰੂਰੀ ਆ, ਇਹ ਕੀ ਕਾਰਨ ਸਾਨੂੰ ਵੈਕਸੀਨੇਟ ਕਰਨਾ ਬਹੁਤ ਜ਼ਰੂਰੀ ਫਰਜ਼ ਬਣਦਾ? ਮੈਂ ਦੱਸਦੀ ਹਾਂ। ਜਿਹੜੀ ਵੈਕਸੀਨ ਹੈਗੀ ਆ, ਪਹਿਲਾਂ ਆਪਾਂ ਸੋਚੀ ਵੀ ਵੈਕਸੀਨ ਦਾ ਮਕਸਦ ਕੀ ਹੈਗਾ। ਵੈਕਸੀਨ ਦੇ ਨਾਲ ਜਾਨ ਬਚਦੀ ਹੈ, ਬਿਮਾਰੀ ਨਹੀਂ ਹੁੰਦੀ ਤੇ ਆਪਾਂ ਸੀਰੀਅਸਲੀ ਬਿਮਾਰ ਨਹੀਂ ਹੁੰਦੇ। ਸੋ ਇਹ ਵੈਕਸੀਨ ਬਹੁਤ ਜ਼ਰੂਰੀ ਹੈਗੀ ਬਿਕਾਜ਼ ਇਹਨਾਂ ਦਾ ਹੁਣ ਪ੍ਰੂਵ ਹੋਇਆ ਪਿਆ ਜਿੰਨੇ ਵੀ ਵੈਕਸੀਨ ਆਪਣੇ ਕੋਲ ਹੈਗੇ ਉਹਦੇ ਨਾਲ 100% ਤੁਹਾਨੂੰ ਮੌਤ ਨਹੀਂ ਹੋਏਗੀ। ਜਿਹੜੇ ਆਪਣੇ ਸੀਰੀਅਸ ਹਸਪੀਟਲਾਈਜੇਸ਼ਨ ਜਾਂ ICU ਉਹ ਵੀ ਨਹੀਂ ਹੋਣਗੇ। ਤੁਹਾਨੂੰ ਸਿਰਫ ਜੇ ਕੋਵਿਡ ਹੋਇਆ ਵੀ ਮਾਈਲਡ ਇਲਨੈਸ ਹੋ ਸਕਦੀ ਆ, ਪਰ ਜਿਹੜੀ ICU ਹਸਪੀਟਲਾਈਜੇਸ਼ਨ ਤੇ ਮੌਤ ਤੋਂ ਉਹਦੇ ਤੋਂ ਬਚਾ ਦਿੰਦੀ ਆ। ਸੋ ਤਾਂ ਹੀ ਵੈਕਸੀਨੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਆ। ਤੇ ਜਦ ਤੱਕ ਆਪਣੀ ਵੈਕਸੀਨ ਸਾਰਿਆਂ ਦੀ ਲੱਗਦੀ ਨਹੀਂ ਤੇ ਜਿਹੜੇ ਆਪਾਂ ਕਹਿੰਦੇ ਵੀ ਹਰਡ ਇਮਿਊਨਿਟੀ ਜਾਂ ਕਮਿਊਨਿਟੀ ਇਮਿਊਨਿਟੀ ਵੀ ਸਾਰੇ ਆਪਾਂ ਇੱਕ ਦੂਜੇ ਨੂੰ ਪ੍ਰੋਟੈਕਟ ਕਰੀਏ, ਪਰ ਉਦੋਂ ਤੱਕ ਆਪਣੀ ਇਕੋਨਮੀ, ਆਪਣਾ ਸੋਸ਼ਲਾਈਜੇਸ਼ਨ ਇਹ ਨਹੀਂ ਖੁੱਲ ਸਕਦਾ। ਸੋ ਵੈਕਸੀਨ ਇਜ਼ ਵੈਰੀ ਇੰਪੋਰਟੈਂਟ।
ਤੁਸੀਂ ਕਿਹਾ ਕਿ ਵੈਕਸੀਨ ਬੜੀ ਇੰਪੋਰਟੈਂਟ ਆ, ਪਰ ਜਦੋਂ ਆਪਾਂ ਵੈਕਸੀਨ ਦੀ ਗੱਲ ਕਰਦੇ ਹੈਗੇ ਆ, ਕਈ ਕੁਐਸਚਨ ਜਿਹੜੇ ਨੇ ਉਹ ਕਮਿਊਨਿਟੀ ਦੇ ਵਿੱਚ ਸਾਨੂੰ ਚਾਹੇ ਰਣਦੀਪ ਨੇ ਚਾਹੇ ਮਾਈ ਸਾਹਿਬ ਸਾਨੂੰ ਰੇਜ਼ ਹੁੰਦੇ ਜਦੋਂ ਅਸੀਂ ਬਾਹਰ ਜਾਂਦੇ ਹੈਗੇ ਆ। ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਜਿਹੜੀਆਂ COVID-19 ਦੀ ਵੈਕਸੀਨ ਜਿਹੜੀਆਂ ਡਿਵੈਲਪ ਹੋਈਆਂ ਨੇ, ਨੰਬਰ 1 ਇਹ ਖਤਰੇ ਤੋਂ ਬਾਹਰ ਨੇ, ਇਹ ਸੇਫ ਹੈਗੀਆਂ, ਔਰ ਦੂਸਰਾ ਇਹ ਹੈਗਾ ਕਿ ਇਹ ਬੜੀ ਇੱਕ ਤੇਜ਼ੀ ਨਾਲ ਸਪੀਡ ਦੇ ਨਾਲ ਜਿਹੜਾ ਸੀਗੀਆਂ ਇਹ ਡਿਵੈਲਪ ਹੋਈਆਂ ਵੈਕਸੀਨਸ, ਇਹ ਕੋਈ ਐਸੀ ਗੱਲ ਤਾਂ ਨਹੀਂ ਕਿ ਕਿਤੇ ਕੋਈ ਸੇਫਟੀ ਕੰਸਰਨਸ ਹੋਣ ਜਿਹੜੀ ਇਹ ਵੈਕਸੀਨ ਜਿਹੜੀ ਆ ਉਹ ਲੱਗ ਰਹੀ ਆ ਵੀ ਇੰਨੀ ਛੇਤੀ ਡਿਵੈਲਪ ਹੋਣਾ, ਔਰ ਨਾਲ ਹੀ ਜਿਹੜਾ ਹੈਗਾ ਇੰਨੀ ਛੇਤੀ ਜਿਹੜੀਆਂ ਨੇ ਅਸੀਂ ਇੱਥੇ ਜਿਹੜੀਆਂ ਨੇ ਉਹਨੂੰ ਫਿਰ ਡਿਸਟ੍ਰੀਬਿਊਟ ਕੀਤਾ ਹੈਗਾ ਲਿਆ ਕੇ? ਜੀ, ਇਹ ਬਹੁਤ ਕਾਮਨ ਕੁਐਸਚਨ ਹੈਗਾ ਜਿਹੜੇ ਸਾਡੇ ਕਈ ਲੋਕੀ ਸਾਨੂੰ ਵੀ ਪੁੱਛਦੇ ਹੈਗੇ ਆ, ਤੇ ਮੈਂ ਤੁਹਾਨੂੰ ਇਹ ਯਕੀਨ ਦਿਲਾ ਸਕਦੀ ਹਾਂ ਕਿ ਜਿਹੜੇ ਵੀ ਵੈਕਸੀਨ ਹੈਗੇ ਸਾਡੇ ਇੱਥੇ ਇਸ ਵੇਲੇ ਕੈਨੇਡਾ ਦੇ ਵਿੱਚ, ਇਹ ਪਹਿਲਾਂ ਤੋਂ ਹੈਲਥ ਕੈਨੇਡਾ ਉਹਨਾਂ ਕੋਲ ਇਨਫੋਰਮੇਸ਼ਨ ਆਉਂਦੀ ਹੈਗੀ ਆ ਦੁਨੀਆ ਤੋਂ ਰਿਸਰਚ ਟ੍ਰਾਇਲਸ ਤੋਂ, ਉਹ ਆਪ ਪਹਿਲਾਂ ਦੇਖ ਕੇ ਸਟੱਡੀ ਕਰਕੇ ਫਿਰ ਉਹ ਅਪਰੂਵ ਕਰਦੇ ਹੈਗੇ ਆ, ਤੇ ਉਸ ਤੋਂ ਬਾਅਦ ਫਿਰ ਜਿਹੜਾ ਸਾਡਾ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜੇਸ਼ਨ ਹੈਗਾ ਜੋ ਕਿ ਕਹਿੰਦੇ ਹੈਗੇ NACI, ਫਿਰ ਉਹ ਇਨਫੋਰਮੇਸ਼ਨ ਲੈ ਕੇ ਇੱਕ ਪ੍ਰੋਵਿੰਸ ਤੇ ਟੈਰੀਟੋਰੀਜ਼ ਨੂੰ ਗਾਈਡ ਕਰਦੀ ਹੈਗੀ ਆ। ਸੋ ਸਾਨੂੰ ਪਤਾ ਹੈਗਾ ਕਿ ਪਹਿਲਾਂ ਤਾਂ ਸਟੱਡੀਜ਼ ਟ੍ਰਾਇਲ ਵੀ ਹੋ ਰਹੇ ਆ, ਤੇ ਉਸ ਤੋਂ ਬਾਅਦ ਸਾਡੀ ਓਨ ਕੰਟਰੀ ਵੀ ਦੇਖਦੇ ਹੈਗੇ ਕਿ ਇਹ ਵੈਕਸੀਨ ਸੇਫ ਹੈਗੀ ਆ ਤੇ ਚੰਗੀ ਤਰ੍ਹਾਂ ਕੰਮ ਵੀ ਕਰਦੇ ਹੈਗੇ ਆ। ਤੁਸੀਂ ਗੱਲ ਪੁੱਛਦੇ ਹੈਗੇ ਕਿ ਬਹੁਤੀ ਛੇਤੀ ਤਾਂ ਨਹੀਂ ਡਿਵੈਲਪ ਹੋਏ ਹੈਗੇ। ਸੋ ਜਿਹੜਾ mRNA ਦਾ ਟੈਕਨੋਲੋਜੀ ਹੈਗਾ ਆ, ਜਿੱਦਾਂ ਕਿ ਜਿਹੜੇ ਫਾਈਜ਼ਰ ਤੇ ਮੋਡਰਨਾ ਦੀ ਵੈਕਸੀਨਸ ਹੈਗੀਆਂ ਆ, ਇਹ ਟੈਕਨੋਲੋਜੀ 10 ਸਾਲ ਤੋਂ ਜ਼ਿਆਦਾ ਆਲਰੇਡੀ ਹੈ ਚੁੱਕੀ ਆ। ਸੋ ਇਹ ਜੀਨ ਥੈਰੇਪੀ ਦੇ ਵਿੱਚ ਵੀ ਯੂਜ਼ ਹੋ ਰਹੀ ਆ, ਕੈਂਸਰ ਟ੍ਰੀਟਮੈਂਟ ਦੇ ਵਿੱਚ ਵੀ ਹੋ ਰਹੀ ਆ। ਇਹ ਨਵੀਂ ਗੱਲ ਨਹੀਂ ਹੈਗੀ ਸਿਰਫ ਇਹ ਕੋਵਿਡ ਵੈਕਸੀਨ ਬਣਾਉਣ ਦੇ ਵਾਸਤੇ। ਤੇ ਜਿਹੜੀ ਵਾਇਰਸ ਵੈਕਟਰ ਦੀ ਟੈਕਨੋਲੋਜੀ ਹੈਗੀ ਆ, ਜਿੱਦਾਂ ਕਿ ਐਸਟਰਾਜ਼ੈਨੇਕਾ ਤੇ ਜੌਨਸਨ ਐਂਡ ਜੌਨਸਨ ਦੀ ਟੈਕਨੋਲੋਜੀ ਜਿਹੜੀ ਆ, ਉਹ ਵੀ 30-40 ਸਾਲ ਹੋ ਗਏ ਆ ਉਸ ਟੈਕਨੋਲੋਜੀ ਨੂੰ ਇਹਨੂੰ, ਤੇ ਜਿਹੜੀ ਐਬੋਲਾ ਦੀ ਵੈਕਸੀਨ ਆ ਉਹ ਵੀ ਇਹ ਵਾਇਰਲ ਵੈਕਟਰ ਦੀ ਟੈਕਨੋਲੋਜੀ ਨਾਲ ਬਣਾਇਆ ਗਿਆ ਹੈਗਾ। ਸੋ ਇਹ ਨਵੀਂ ਟੈਕਨੋਲੋਜੀ ਨਹੀਂ ਹੈਗੀ। So the reason ਇਹ vaccines ਇੰਨੀ ਛੇਤੀ develop ਹੋਈਆਂ ਹੈਗੀਆਂ COVID ਦੇ development discovery ਤੋਂ ਬਾਅਦ, ਕਿਉਂਕਿ ਸਾਰੀ ਦੁਨੀਆ ਦੀ ਜਿਹੜੀ resources ਹੈਗੀਆਂ, ਸਾਰੇ scientists, ਸਾਰੇ researchers, ਸਾਰੇ ਦੁਨੀਆ ਦਾ ਪੈਸਾ ਜਿਹੜਾ ਸੀਗਾ research ਵਾਲਾ, ਉਹ ਸਾਰੇ ਨੇ ਇਕੱਠੇ ਹੋ ਕੇ ਦੇਖਿਆ ਕਿ ਜਿਹੜੇ ਪੈਂਡੈਮਿਕ ਹੈਗਾ ਇਹਦੇ ਕਰਕੇ ਜਿਹੜੇ global crisis ਹੋ ਰਿਹਾ ਆ, ਉਸ ਕਰਕੇ ਸਾਨੂੰ ਇਕੱਠੇ ਹੋ ਕੇ ਇੱਕ ਵੈਕਸੀਨ ਜਲਦੀ ਤੋਂ ਜਲਦੀ ਬਣਾਉਣੀ ਚਾਹੀਦੀ ਆ। ਸੋ ਤਾਂ ਕਰਕੇ ਇਨੀਸ਼ੀਏਟਿਵ ਵੈਕਸੀਨ ਬਣੀ ਹੈਗੀ ਆ। ਇਹ ਨਹੀਂ ਹੈਗਾ ਕਿ ਸੇਫ ਨਹੀਂ ਹੈ ਜਾਂ ਕੋਈ ਸ਼ਾਰਟਕਟ ਸੀਗੇ, ਸਾਰੇ ਪੂਰੀ ਤਰ੍ਹਾਂ ਪਹਿਲਾਂ ਦੀ ਟੈਕਨੋਲੋਜੀ ਸੀਗੀ ਤੇ ਅੱਜ ਤੱਕ ਵੀ ਕਾਫੀ ਸੇਫ ਹੈਗੀ ਆ। ਥੈਂਕ ਯੂ ਡਾਕਟਰ ਅਗਰਵਾਲ। ਆਈ ਥਿੰਕ ਇਹੀ ਚੀਜ਼ ਲੋਕ ਕਈ ਸੋਚਦੇ ਸੀ, ਬਟ ਸਾਨੂੰ ਵੀ ਜਿਹੜੀ ਜਾਣਕਾਰੀ ਮਿਲੀ ਕਿ ਕੋਈ ਸ਼ਾਰਟਕਟ ਨਹੀਂ ਇਹਦੇ ਵਿੱਚ ਕੀਤਾ ਗਿਆ। ਜੋ ਨਾਰਮਲ ਵੈਕਸੀਨ ਕਦੇ ਅਪਰੂਵ ਹੋਣੀ, ਜੋ ਉਹਦੇ ਮਿਨੀਮਮ ਮੈਂਡੇਟੋਰੀ ਟੈਸਟ ਹੁੰਦੇ ਆ ਔਰ ਪੇਸ਼ੈਂਟਸ ਹੁੰਦੇ ਆ, ਉਹ ਪੂਰੇ ਕੀਤੇ ਗਏ। ਇਸ ਦੇ ਨਾਲ ਤੁਸੀਂ ਥੋੜਾ ਜਿਹਾ ਟੱਚ ਕੀਤਾ ਸੀਗਾ, ਤੁਹਾਡੇ ਦੋਨਾਂ ਜਿਹੜਾ ਮਰਜ਼ੀ ਦੱਸਦੇ, ਕੋਵਿਡ ਜਿਹੜਾ 19 ਦੀ ਜਿਹੜੀ mRNA ਵੈਕਸੀਨਸ ਆ, ਇਹ ਕਿਵੇਂ ਵਰਕ ਕਰਦੀਆਂ, ਇਹ ਸੇਫ ਹੈਗੀਆਂ ਇਹ? ਕਿਉਂਕਿ ਪੁਰਾਣੀਆਂ ਜਿਹੜੀਆਂ ਵੈਕਸੀਨ ਉਹਨਾਂ ਨਾਲੋਂ ਡਿਫਰੈਂਟ ਆ, ਇਹ ਨਵੀਂ ਕਿਸਮ ਦੀਆਂ ਵੈਕਸੀਨਸ ਆ। ਸੋ ਕਈ ਕੁਐਸਚਨ ਪੁੱਛਦੇ ਆ ਕਿ ਇਹ ਸੇਫ ਹੈਗੀਆਂ। ਤਾਂ ਪਲੱਸ ਇਹ ਕੁਐਸਚਨ ਹੈਗਾ ਕਿ ਜੇ ਕਿਸੇ ਕੋ ਆਲਰੇਡੀ ਵੈਕਸੀਨ ਕੋਵਿਡ ਹੋ ਚੁੱਕਾ ਹੈਗਾ, ਉਹਨਾਂ ਨੂੰ ਵੀ ਵੈਕਸੀਨ ਚਾਹੀਦੀ ਹੈਗੀ ਕਿ ਨਹੀਂ? ਇਹ ਦੋਨਾਂ ਚੀਜ਼ਾਂ ਦਾ ਜੇ ਤੁਸੀਂ ਜਵਾਬ ਦੇ ਸਕਦੇ। ਹਾਂਜੀ, ਜਿਹੜੀ mRNA ਵੈਕਸੀਨ ਹੈ, ਜਿਵੇਂ ਡਾਕਟਰ ਗਰੇਵਾਲ ਨੇ ਕਿਹਾ ਹੋਇਆ, ਇਹ ਇੰਨੀ ਨਵੀਂ ਨਹੀਂ ਹੈ, ਵੈਸੇ ਪੁਰਾਣੀ ਹੈ ਇਨ ਦ ਸੈਂਸ ਜਿਹੜੀ ਟੈਕਨੋਲੋਜੀ 10 ਸਾਲ ਪੁਰਾਣੀ ਹੈ। ਬਟ ਇਹ ਕੰਮ ਕਿਸ ਤਰ੍ਹਾਂ ਕਰਦੀ ਆ ਵੀ ਜਦੋਂ ਆਪਾਂ ਕਿਸੇ ਨੂੰ ਵੀ ਵੈਕਸੀਨ ਦੇਣੀ ਆ, ਉਹਦਾ ਮਕਸਦ ਹੈਗਾ ਵੀ ਆਪਾਂ ਬਾਡੀ ਨੂੰ ਸਿਖਾਉਣਾ ਹੈਗਾ ਵੀ ਇਹ ਐਂਟੀਬਾਡੀਜ਼ ਬਣਾਉਣੀਆਂ ਨੇ। ਸੋ ਐਂਟੀਬਾਡੀਜ਼ ਜਦੋਂ ਬਣਦੀਆਂ ਨੇ, ਉਹਦੇ ਨਾਲ ਫਿਰ ਆਪਣਾ ਜਿਸਮ ਪ੍ਰੋਟੈਕਟ ਹੁੰਦਾ ਜਦੋਂ ਅਸਲੀ ਬਿਮਾਰੀ ਜਾਂ ਵਾਇਰਸ ਹੋਵੇ। ਜਿਹੜੀ mRNA ਟੈਕਨੋਲੋਜੀ ਹੈਗੀ, ਜਿਹੜੀ ਆਪਣੀ ਫਾਈਜ਼ਰ ਤੇ ਮੋਡਰਨਾ ਹੈਗੀ mRNA ਵੈਕਸੀਨਸ, ਛੋਟਾ ਜਿਹਾ ਪੀਸ ਜਿਹੜਾ ਕੋਵਿਡ ਸਪਾਈਕ ਪ੍ਰੋਟੀਨ ਦੀ RNA ਉਹ ਜਾਂਦੀ ਹੈਗੀ ਬਾਡੀ ਦੇ ਵਿੱਚ ਥਰੂ ਅ ਲਿਪਿਡ ਪਾਰਟੀਕਲ ਇਨਟੂ ਦ ਸੈਲ। ਇਹ ਕੋਈ ਇੰਟਰੈਕਸ਼ਨ ਨਹੀਂ ਕਰਦੀ ਤੁਹਾਡੀ DNA ਜਾਂ ਕੁਛ ਵੀ। ਉਹ ਜਿਹੜੀ ਸਪਾਈਕ ਪ੍ਰੋਟੀਨ ਹੈ ਉਹ ਆਪਾਂ ਨੂੰ ਬਿਮਾਰ ਕਰਦੀ ਆ। ਸੋ ਆਪਾਂ ਛੋਟਾ ਜਿਹਾ ਉਹਦਾ ਹਿੱਸਾ RNA ਦਾ ਲਿਪਿਡ ਪਾਰਟੀਕਲ ਦਾ ਆਪਣੇ ਸੈਲ ਦੇ ਵਿੱਚ ਜਾ ਕੇ ਫਿਰ ਆਪਣਾ ਸੈਲ ਕਹਿੰਦਾ ਵੀ ਇਹ ਤਾਂ ਹੋਣਾ ਨਹੀਂ ਚਾਹੀਦਾ, ਇਹ ਤਾਂ ਫੋਰਨ ਚੀਜ਼ ਆ, ਵੀ ਮੈਂ ਹੁਣ ਕੀ ਕਰਾਂ। ਸੋ ਫਿਰ ਸੈਲ ਜਿਹੜਾ ਹੈਗਾ ਉਹ ਐਂਟੀਬਾਡੀ ਬਣਾਉਂਦਾ ਹੈਗਾ। ਉਸੇ ਵਕਤ ਜਿਹੜੀ
RNA ਤੁਹਾਡੇ ਸੈੱਲ ਦੇ ਵਿੱਚ ਆਈ ਸੀ ਉਹ ਡਿਸਟਰੋਏ ਹੋ ਜਾਂਦੀ, ਉਹ ਰਹਿੰਦੀ ਨਹੀਂ ਉੱਥੇ। ਜਿਵੇਂ ਆਪਾਂ ਅੱਜ ਕੱਲ੍ਹ ਦੇ ਬੱਚੇ ਸਨੈਪਚੈਟ ਕਰਦੇ ਨੇ ਵੀ 24 ਘੰਟਿਆਂ ਦੇ ਵਿੱਚ ਇਟਸ ਗੋਨ, ਉਹ ਤਾਂ ਫਿਊ ਆਵਰਸ ਦੇ ਵਿੱਚ ਡਿਸਇੰਟੀਗ੍ਰੇਟ ਹੋ ਜਾਂਦੀ ਹੈ। ਤੇ ਉਹਦੇ ਨਾਲ ਕੀ ਹੁੰਦਾ ਵੀ ਤੁਹਾਡੀ ਬਾਡੀ ਐਂਟੀਬਾਡੀ ਬਣਾਉਂਦੀ ਹੈ। ਸੋ ਖੁਦਾ ਨਾ ਖਾਸਤਾ ਤੁਹਾਨੂੰ ਕੋਵਿਡ ਵਾਇਰਸ ਦੀ ਇਨਫੈਕਸ਼ਨ ਹੋ ਜਾਵੇ, ਤੁਹਾਡਾ ਜਿਸਮ ਤਿਆਰ ਹੈ ਉਹਨੂੰ ਲੜਾਈ ਕਰਨ ਵਾਸਤੇ। ਸੋ ਜਿਹੜਾ ਵੈਕਸੀਨ ਹੈ ਉਹ ਆਪਣੀ ਬਾਡੀ ਨੂੰ ਜਿਵੇਂ ਹਥਿਆਰ ਕਹਿ ਲਓ ਵੀ ਵੈਪਨਰੀ ਦੇ ਦਿੰਦਾ ਲੜਨ ਲਈ ਵਾਇਰਸ ਦੇ ਨਾਲ। ਸੋ ਦੈਟਸ ਹਾਊ mRNA ਵੈਕਸੀਨ ਵਰਕਸ। ਜਿਹੜੀ ਆਪਣੀਆਂ ਪੁਰਾਣੀਆਂ ਜਿਵੇਂ ਆਪਾਂ ਥੋੜਾ ਜਿਹਾ ਪੁਰਾਣਾ ਤਰੀਕਾ ਜਿਹੜਾ ਆਪਣਾ ਐਸਟਰਾਜ਼ੈਨੇਕਾ ਜਾਂ ਜੌਨਸਨ ਐਂਡ ਜੌਨਸਨ, ਉਹ ਹੈ ਵਾਇਰਲ ਵੈਕਟਰ ਵੈਕਸੀਨ। ਸੋ ਉਹਦੇ ਨਾਲ ਕੀ ਹੁੰਦਾ ਵੀ ਆਪਾਂ ਮੋਡੀਫਾਈਡ ਐਡਨੋਵਾਇਰਸ, ਉਹਦੇ ਵਿੱਚ ਛੋਟਾ ਜਿਹਾ ਜੀਨੋਮ ਅਗੇਨ ਕੋਵਿਡ ਸਪਾਈਕ ਪ੍ਰੋਟੀਨ ਦਾ ਸੇਮ ਸਿਸਟਮ, ਉਹ ਤੁਹਾਡੇ ਸੈੱਲ ਦੇ ਵਿੱਚ ਐਂਟੀਬਾਡੀ ਪ੍ਰੋਡਿਊਸ ਕਰਦਾ ਹੈਗਾ ਤੇ ਉਹਦੇ ਨਾਲ ਫਿਰ ਆਪਾਂ ਡਿਫੈਂਡ ਆਪਣੇ ਸਿਸਟਮ ਨੂੰ ਕਰ ਸਕਦੇ ਹਾਂ। ਸੋ ਐਂਡ ਰਿਜ਼ਲਟ ਸੇਮ ਹੈ, ਉਹਨਾਂ ਨੇ ਐਂਟੀਬਾਡੀ ਬਣਾਉਣੇ ਨੇ, ਤਰੀਕੇ ਥੋੜੇ ਜਿਹੇ ਅੱਡ ਨੇ ਬਟ ਦੋਨੋਂ ਤਰੀਕੇ ਪੂਰੇ ਸੇਫ ਨੇ। ਹੁਣ ਜਿਹੜਾ ਤੁਹਾਡਾ ਵੀਰ ਜੀ ਸਵਾਲ ਸੀਗਾ ਵੀ ਜੇ ਤੁਹਾਨੂੰ ਕੋਵਿਡ ਹੋ ਚੁੱਕਿਆ ਫਿਰ ਤੁਹਾਨੂੰ ਵੈਕਸੀਨ ਲਵਾਉਣੀ ਚਾਹੀਦੀ ਹੈ, ਹਾਂਜੀ ਬਿਲਕੁਲ। ਬਿਕਾਜ਼ ਜੇ ਤੁਹਾਨੂੰ ਕੋਵਿਡ ਹੋ ਚੁੱਕਿਆ ਸਾਨੂੰ ਨਹੀਂ ਪਤਾ ਵੀ ਇਹ ਐਂਟੀਬਾਡੀ ਕਿੰਨੀ ਦੇਰ ਰਹਿਣੀ ਆ। ਸੋ ਫਾਰ ਜਿਹੜੇ ਸਟੱਡੀਜ਼ ਆ ਰਹੇ ਨੇ ਉਹ ਸਾਨੂੰ ਦੱਸ ਰਹੇ ਨੇ ਅਪ ਟੂ 3 months। ਸੋ ਜੇ ਤੁਹਾਨੂੰ ਕੋਵਿਡ ਹੋ ਚੁੱਕਿਆ, ਜਦੋਂ ਤੁਸੀਂ ਤੰਦਰੁਸਤ ਹੋ ਗਏ ਕੋਵਿਡ ਤੋਂ, ਫਿਰ 3 ਮਹੀਨੇ ਦੇ ਅੰਦਰ ਅੰਦਰ ਤੁਸੀਂ ਵੈਕਸੀਨ ਲਵਾ ਸਕਦੇ ਹੋ। ਕਈ ਜਿਹੜੇ ਵੈਕਸੀਨ ਲੋਕੇਸ਼ਨਸ ਨੇ ਜੇ ਉਹਨਾਂ ਨੂੰ ਪਤਾ ਹੈਗਾ ਕਿ ਤੁਹਾਨੂੰ ਕੋਵਿਡ ਹੋ ਗਿਆ, ਉਹ ਆਪ ਕਹਿ ਦਿੰਦੇ ਨੇ 3 ਮਹੀਨਿਆਂ ਬਾਅਦ ਲਵਾ ਲਿਓ। ਸੋ ਬਿਲਕੁਲ ਲਵਾਉਣੀ ਚਾਹੀਦੀ ਆ। ਧੰਨਵਾਦ ਡਾਕਟਰ ਜਵੰਦਾ ਤੁਹਾਡਾ। ਡਾਕਟਰ ਗਰੇਵਾਲ ਨੇ ਤੇ ਡਾਕਟਰ ਜਵੰਦਾ ਤੁਸੀਂ ਵੀ ਮੈਂਸ਼ਨ ਕੀਤਾ ਹੈਗਾ 4 ਤਰ੍ਹਾਂ ਦੀ ਜਿਹੜੀ ਵੈਕਸੀਨ ਦੇ ਨਾਂ ਪਹਿਲਾਂ ਲੈ ਕੇ ਗਏ ਤੁਸੀਂ, ਜਿਹਦੇ ਵਿੱਚ ਫਾਈਜ਼ਰ, ਮੋਡਰਨਾ, ਐਸਟਰਾਜੈਨਕਾ, ਜੌਨਸਨ ਐਂਡ ਜੌਨਸਨ। ਮੇਰਾ ਸਵਾਲ ਹੈਗਾ ਵੀ ਇਹਨਾਂ 'ਚ ਜਿਹੜਾ ਕੀ ਡਿਫਰੈਂਸ ਹੈਗਾ, ਇਹ ਮਤਲਬ ਇਹਨਾਂ 'ਚ ਕੀ ਖਾਸ ਜਿਹੜਾ ਹੈਗਾ ਡਿਫਰੈਂਸ, ਤੁਸੀਂ ਕੁਛ ਤਾਂ ਮੈਂਸ਼ਨ ਕੀਤਾ ਵੀ ਆ ਪਰ ਜੇ ਉਹ ਡਿਟੇਲ 'ਚ ਦੱਸ ਸਕੋ। ਔਰ ਦੂਸਰਾ ਜਿਹੜਾ ਕੁਐਸਚਨ ਕੰਸਟੀਟਿਊਐਂਟਸ ਵੱਲੋਂ ਆਉਂਦਾ ਹੈਗਾ ਉਹ ਇਹ ਆਉਂਦਾ, ਉਹ ਪੁੱਛਦੇ ਨੇ ਜੀ ਵੀ ਸਾਡੇ ਟੀਕਾ ਤਾਂ ਹੁਣ ਲੱਗ ਗਿਆ, ਇਹ ਸਾਨੂੰ ਹੁਣ ਕਿੰਨੀ ਦੇਰ ਇਹਦੇ ਨਾਲ ਸੁਰੱਖਿਅਤ ਰਹੂ ਸਾਡੀ, ਵੀ ਸਾਨੂੰ ਹਰੇਕ ਸਾਲ ਲਵਾਉਣਾ ਪਊ, ਸਾਨੂੰ 6 ਮਹੀਨੇ ਲਵਾਉਣਾ ਪਊ? ਇਹ ਕੁਐਸਚਨ ਜਿਹੜਾ ਉਹਨਾਂ ਦਾ ਆਉਂਦਾ, ਜੇ ਤੁਸੀਂ ਜਿਹੜਾ ਵਾ ਉਹ ਦੱਸ ਸਕੋ। ਹਾਂਜੀ, ਜਿਹੜੇ 4 ਵੈਕਸੀਨ ਦੇ ਤੁਸੀਂ ਬਾਰੇ ਗੱਲ ਕਰਦੇ ਹੈਗੇ ਆ, ਸੋ ਜਿੱਦਾਂ ਕਿ ਅਸੀਂ ਕਹਿ ਸਕਦੇ ਜਿਹੜੇ ਫਾਈਜ਼ਰ ਤੇ ਮੋਡਰਨਾ ਦੇ ਵੈਕਸੀਨ ਹੈਗੇ ਆ, ਇਹ ਦੋਨੋਂ mRNA ਵੈਕਸੀਨਸ ਆ। ਸੋ ਜਿਸ ਤਰ੍ਹਾਂ ਡਾਕਟਰ ਜਵੰਦਾ ਨੇ ਕਿਹਾ ਸੀਗਾ ਇਹਦੀ ਟੈਕਨੋਲੋਜੀ ਥੋੜੀ ਜਿਹੀ ਅਲੱਗ ਹੈਗੀ ਪਰ ਬਹੁਤੀ ਅਲੱਗ ਨਹੀਂ ਹੈਗੀ। ਸੋ ਡਿਫਰੈਂਸ ਇਹ ਹੈਗਾ ਕਿ ਜਿਹੜੇ ਕਿਉਂਕਿ ਇਹ ਨਵੀਂ ਟੈਕਨੋਲੋਜੀ ਹੈ ਜਿਹਦੇ ਕਰਕੇ ਜਿਹਦੇ ਨਾਲ ਥੋੜੇ ਜਿਹੇ ਕੋਵਿਡ ਦਾ RNA ਦਾ ਪ੍ਰੋਟੀਨ ਤੁਹਾਡੇ ਬੋਡੀ ਦੇ ਵਿੱਚ ਜਾਂਦਾ ਆ, ਤਾਂ ਕਰਕੇ ਇਹਨਾਂ ਦੋਹਾਂ ਨੂੰ ਫ੍ਰੀਜ਼ਰ ਟੈਂਪਰੇਚਰ ਤੇ ਸਟੋਰ ਕਰਨਾ ਪੈਂਦਾ ਆ। ਸੋ ਬਿਕਾਜ਼ ਫ੍ਰੀਜ਼ਰ ਟੈਂਪਰੇਚਰ ਤੇ ਸਟੋਰ ਹੁੰਦੇ ਆ, ਇਹਦਾ ਮਤਲਬ ਇਹ ਜਿਹੜੇ ਵੈਕਸੀਨਸ ਹੈ ਤੁਸੀਂ ਬਹੁਤ ਹੀ ਸੌਖੀ ਤਰ੍ਹਾਂ ਟ੍ਰਾਂਸਪੋਰਟ ਨਹੀਂ ਕਰ ਸਕਦੇ। ਸੋ ਤਾਂ ਕਰਕੇ ਜਿਹੜੇ ਬੜੇ ਵੈਕਸੀਨੇਸ਼ਨ ਸੈਂਟਰਸ ਹੈਗੇ ਆ ਉੱਥੇ ਦੇ ਜਾਂਦੇ ਆ। ਸੋ ਜੇ ਤੁਸੀਂ ਪੁੱਛਦੇ ਹੋਣਗੇ ਤੇ ਤੁਸੀਂ ਲੋਕਾਂ ਦੇ ਘਰ ਦੇ ਵਿੱਚ ਜਾ ਕੇ ਕਿਉਂ ਨਹੀਂ ਦੇ ਸਕਦੇ ਫਾਈਜ਼ਰ ਜਾਂ ਮੋਡਰਨਾ, ਇਸ ਕਰਕੇ ਹੈਗੇ ਕਿ ਇਹ ਜਿਹੜੇ ਸਟੋਰੇਜ ਹੈਗੀ ਹੈ ਇਹ ਸਪੈਸ਼ਲ ਫ੍ਰੀਜ਼ਰ ਦੀ ਲੋੜ ਹੈਗੀ ਆ। ਤੇ ਜਿਹੜੇ ਐਸਟਰਾਜ਼ੈਨੇਕਾ ਤੇ ਜੌਨਸਨ ਐਂਡ ਜੌਨਸਨ ਦੇ ਵੈਕਸੀਨਸ ਹੈਗੇ ਆ, ਇਹ ਫਿਕਸ ਟੈਂਪਰੇਚਰ ਤੇ ਤੁਸੀਂ ਸਟੋਰ ਕਰ ਸਕਦੇ ਆ। ਸੋ ਇਹ ਥੋੜੇ ਜਿਹੇ ਈਜ਼ੀ ਹੈਗੇ ਟ੍ਰਾਂਸਪੋਰਟ ਕਰਨ ਲਈ, ਤੇ ਇਸ ਕਰਕੇ ਹੁਣ ਅੱਜ ਤੋਂ ਲੈ ਕੇ ਇਹ ਫਾਰਮੇਸੀਜ਼ ਤੇ ਵੀ ਅਵੇਲੇਬਲ ਹੈਗੀ ਐਸਟਰਾਜ਼ੈਨੇਕਾ ਦਾ ਵੈਕਸੀਨ ਜਿਹੜਾ ਆ। ਜੌਨਸਨ ਐਂਡ ਜੌਨਸਨ ਦਾ ਜੇ ਆਇਆ ਨਹੀਂ ਹੈਗਾ ਕੈਨੇਡਾ ਦੇ ਵਿੱਚ, ਉਦੋਂ ਸਰ ਅਸੀਂ ਅਪਰੂਵ ਤੇ ਕੀਤਾ ਪਰ ਜੇ ਪਹੁੰਚਿਆ ਨਹੀਂ ਹੈਗਾ। ਸੋ ਇਸ ਵਕਤ ਜਿਹੜੇ ਐਸਟਰਾਜ਼ੈਨੇਕਾ ਦਾ ਵੈਕਸੀਨ ਆ ਉਹ ਦੇ ਰਹੇ ਹੈਗੇ ਆ ਫਾਰਮੇਸੀਜ਼ ਦੇ ਵਿੱਚ, ਤੇ ਜਿੱਥੇ ਕਈ ਵਰਕ ਪਲੇਸ ਹੈਗੇ ਆ ਜਿੱਥੇ ਆਊਟਬ੍ਰੇਕਸ ਹੋ ਰਹੇ ਆ, ਹੌਟ ਸਪੌਟਸ ਹੈਗੇ ਆ, ਉੱਥੇ ਵੀ ਐਸਟਰਾਜ਼ੈਨੇਕਾ ਤੁਸੀਂ ਲਿਜਾ ਕੇ ਉੱਥੇ ਐਮਪਲੋਈਜ਼ ਨੂੰ ਦੇ ਸਕਦੇ ਆ। ਤੇ ਜਿਹੜਾ ਤੁਹਾਡਾ ਦੂਜਾ ਕੁਐਸਚਨ ਸੀਗਾ ਕਿ ਇਹ ਪ੍ਰੋਟੈਕਸ਼ਨ ਕਿੰਨੇ ਸਾਲ ਤੱਕ ਰਹੂਗੀ, ਅਜੇ ਡਾਟਾ ਪੂਰੀ ਤਰ੍ਹਾਂ ਆਇਆ ਨਹੀਂ ਹੈਗਾ ਕਿਉਂਕਿ ਜਿਹੜੇ ਸਟੱਡੀਜ਼ ਨੂੰ ਸ਼ੁਰੂ ਕੀਤੇ ਸੀਗੇ ਉਹ ਸਿਰਫ ਮਾਰਚ ਅਪ੍ਰੈਲ ਵਿੱਚ ਸ਼ੁਰੂ ਕੀਤੇ, ਅਜੇ ਤਾਂ ਸਾਲ ਹੀ ਹੋਇਆ, ਸਾਲ ਬਿਲਕੁਲ ਅਜੇ ਹੋਇਆ ਵੀ ਨਹੀਂ ਹੈਗਾ। ਸੋ ਪਰ ਜਿਹੜੇ ਜੋ ਕੁਛ ਅਸੀਂ ਜਾਣਦੇ ਹੈਗੇ ਆ ਤੁਹਾਡੇ B ਸੈਲ ਇਮਿਊਨਿਟੀ ਜਾਂ T ਸੈਲ ਇਮਿਊਨਿਟੀ, ਇਹਦੇ ਨਾਲ ਸਾਨੂੰ ਪਤਾ ਹੈਗਾ ਕਿ ਤਕਰੀਬਨ ਐਟਲੀਸਟ 1 ਸਾਲ ਤੱਕ ਇਮਿਊਨਿਟੀ ਤੁਹਾਡੀ ਰਹੂਗੀ। ਜਿਹੜੇ ਤੁਹਾਡੇ ਐਂਟੀਬਾਡੀਜ਼ ਬਣਨਗੇ ਕੋਵਿਡ ਵੈਕਸੀਨ ਲੈਣ ਤੋਂ ਬਾਅਦ ਉਹ ਹੌਲੀ ਹੌਲੀ ਤਾਂ ਥੋੜੇ ਜਿਹੇ ਘਟਣਗੇ ਓਵਰ ਟਾਈਮ, ਬਟ ਐਟਲੀਸਟ 1 year ਲਈ ਤੁਹਾਡੇ ਇਨਫ ਐਂਟੀਬਾਡੀਜ਼ ਹੋਣਗੇ ਕਿ ਤੁਹਾਨੂੰ ਦੁਬਾਰਾ ਨਹੀਂ ਲਾਉਣਾ ਪਊਗਾ ਸ਼ਾਟ। ਪਰ ਜੇ ਸਾਨੂੰ ਇਹ ਨਹੀਂ ਪਤਾ ਹੈਗਾ ਕਿ ਕਿੰਨੇ ਚਿਰ ਤੱਕ ਰਹੋਗੇ ਐਂਟੀਬਾਡੀ, ਸੋ ਸ਼ਾਇਦ ਜਿੱਦਾਂ ਫਲੂ ਸ਼ਾਟ ਤੁਹਾਨੂੰ ਹਰੇਕ ਸਾਲ ਲਵਾਉਣਾ ਪੈਂਦਾ ਹੈ, ਮੇਬੀ ਇਹ ਵੀ ਹਰੇਕ ਸਾਲ ਲਵਾਉਣਾ ਪਊਗਾ,
ਜਾਂ ਜਿਹੜੇ measles shot ਜਾਂ yellow fever ਦਾ shot ਆ ਉਹ ਤੁਹਾਡੇ ਪੂਰੀ ਦੁਨੀਆ ਪੂਰੇ ਲਾਈਫ ਟਾਈਮ ਲਈ ਹੋ ਰਹਿੰਦਾ ਹੈ ਐਂਟੀਬਾਡੀਜ਼ ਸੋ ਅਜੇ ਤੱਕ ਸਾਨੂੰ ਇਹ ਨਹੀਂ ਪਤਾ ਹੈ ਕਿ ਇਹਦੇ ਐਂਟੀਬਾਡੀਜ਼ ਕਿੰਨੇ ਚਿਰ ਤੱਕ ਹੋਣਗੇ। ਥੈਂਕ ਯੂ ਡਾਕਟਰ ਗਰੇਵਾਲ। ਕਈ ਪੁੱਛਦੇ ਆ ਕਿ ਕਈ ਵੈਕਸੀਨਾਂ ਹੈਗੀਆਂ ਕਿਹੜੀ ਸਾਨੂੰ ਲਾਉਣੀ ਚਾਹੀਦੀ ਆ, ਮੈਨੂੰ ਵੇਟ ਕਰਨੀ ਚਾਹੀਦੀ ਆ ਕਿ ਮੈਂ ਕੋਈ ਸਪੈਸੀਫਿਕ ਵੈਕਸੀਨ ਦੀ ਵੇਟ ਕਰਾਂ। ਇਸੇ ਤਰ੍ਹਾਂ ਕਈ ਪੁੱਛਦੇ ਆ ਕਿ ਉਹਨਾਂ ਨੂੰ ਚੂਜ਼ ਕਰਨ ਦਾ ਹੱਕ ਹੈਗਾ ਕਿਹੜੀ ਵੈਕਸੀਨ ਨੂੰ ਪਿਕ ਕਰਨ, ਮਤਲਬ ਇਹ ਜਿਹੜੀਆਂ 3-4 ਹੈਗੀਆਂ ਇਹਦਾ ਦੱਸੋ ਜੋ ਸਵਾਲ ਦਾ ਜਵਾਬ ਸਾਰੇ ਸੁਣਨਾ ਚਾਹੁੰਦੇ ਕਿ ਉਹ ਪਿਕ ਕਰ ਸਕਦੇ। ਦੂਸਰੀ ਗੱਲ ਉਹਨਾਂ ਨੂੰ ਵੇਟ ਕਰਨੀ ਚਾਹੀਦੀ ਆ ਕਿ ਜਿਹੜੀ ਉਹਨਾਂ ਨੂੰ ਮਿਲਦੀ ਉਹ ਲੈਣੀ ਚਾਹੀਦੀ ਆ। ਹਾਂਜੀ ਆਈ ਥਿੰਕ ਬਹੁਤ ਲੋਕਾਂ ਦਾ ਇਹ ਸਵਾਲ ਹੈਗਾ ਬਟ ਮੇਰਾ ਸਭ ਤੋਂ ਸ਼ੋਰਟ ਸਵਾਲ ਹੈਗਾ ਵੀ ਜਿਹੜੀ ਵੈਕਸੀਨ ਤੁਹਾਡੀ ਬਾਂਹ 'ਚ ਲੱਗੂ ਉਹੀ ਬੈਸਟ ਹੈਗੀ। ਜੇ ਆਪਾਂ ਅੱਜ ਦੇ BC ਦੇ ਨੰਬਰਸ ਦੇਖੀਏ 1014 ਕੇਸਿਸ ਅੱਜ ਦੇ 1014 ਤੇ ਜੇ ਆਪਾਂ ਪੋਜ਼ਿਟਿਵਿਟੀ ਰੇਟ ਵੀ ਦੇਖੀਏ ਫਰੇਜ਼ਰ ਹੈਲਥ ਅਥਾਰਟੀ ਦਾ ਪੋਜ਼ਿਟਿਵਿਟੀ ਰੇਟ 11.1% ਹੈਗਾ, ਵੈਨਕੂਵਰ ਹੈਲਥ ਅਥਾਰਟੀ ਦਾ 10.7% ਹੈਗਾ। ਸੋ ਜੇ ਆਪਾਂ ਇਹ ਚੀਜ਼ਾਂ ਸਾਰੀਆਂ ਦੇਖੀਆਂ ਫਿਰ ਇਹ ਸਵਾਲ ਆਪਾਂ ਨੂੰ ਕਰਨਾ ਵੀ ਨਹੀਂ ਚਾਹੀਦਾ। ਸਾਰੀਆਂ ਵੈਕਸੀਨ ਸੇਫ ਹੈਗੀਆਂ। ਜਦੋਂ ਵੈਕਸੀਨ ਦੀ ਅਪਰੂਵਲ ਹੁੰਦੀ ਆ ਇੰਨੀ ਸਟ੍ਰਿੰਜੈਂਟ ਪ੍ਰੋਸੈਸ ਹੁੰਦੀ ਆ ਹੈਲਥ ਕੈਨੇਡਾ ਤੋਂ ਜਿਹਦੇ ਨਾਲ ਕੋਈ ਪੋਲੀਟੀਕਲ ਪਾਰਟੀ ਤੇ ਕੋਈ ਹੱਥ ਨਹੀਂ ਹੈਗਾ। ਸਾਇੰਟਿਸਟ ਦੇਖਣੇ ਇਟਸ ਬੇਸਡ ਔਨ ਫੈਕਟਸ ਐਂਡ ਡਾਟਾ ਤੇ ਉਹ ਉਹਨਾਂ ਦਾ ਪਰਪਸ ਹੈਗਾ ਵੀ ਸਾਰੇ ਆਪਾਂ ਕੈਨੇਡੀਅਨਸ ਨੂੰ ਸੇਫ ਕਿਸ ਤਰ੍ਹਾਂ ਰੱਖਣਾ। ਸੋ ਸਾਰੇ ਵੈਕਸੀਨਸ ਸੇਫ ਹੈਗੇ। ਜਦੋਂ ਤੁਹਾਡੀ ਵਾਰੀ ਆ ਗਈ ਉਹੀ ਤੁਹਾਨੂੰ ਲਵਾਉਣਾ ਚਾਹੀਦਾ ਹੈਗਾ ਤੇ ਇਹਦਾ ਤਾਂ ਕੋਈ ਤੁਹਾਨੂੰ ਦਿੱਕਤ ਨਹੀਂ ਹੋਣੀ ਚਾਹੀਦੀ। ਤੇ ਜਦੋਂ ਆਪਾਂ ਦੇਖਦੇ ਹੈਗੇ ਆ ਗੱਲ ਕਰਦੇ ਹੈਗੇ ਆ ਇੱਕ ਹੋਰ ਬੜਾ ਕੁਐਸਚਨ ਰੇਜ਼ ਹੋ ਰਿਹਾ, ਤੁਹਾਨੂੰ ਵੀ ਕੁਐਸਚਨ ਆਇਆ ਹੋਊਗਾ ਡਾਕਟਰ ਗਰੇਵਾਲ ਨੂੰ, ਡਾਕਟਰ ਜਵੰਦਾ ਨੂੰ ਕਿ ਉਹ 2 ਡੋਜ਼ੇਜ ਲੱਗਣੇ ਟੀਕਾ। ਇੱਕ ਟੀਕਾ ਹੁਣ ਲੱਗ ਗਿਆ, ਮੈਂ ਆਪਣੀ ਮਾਮ ਦੇ ਵੀ ਲੱਗਿਆ ਪਿਛਲੇ ਹਫ਼ਤੇ ਔਰ ਰਣਦੀਪ ਹੋਣੀ ਵੀ ਆਪਣੇ ਮਾਮ ਦੇ ਲਵਾ ਕੇ ਲੈ ਕੇ ਆਏ ਨੇ। ਹੁਣ ਇੱਕ ਟੀਕਾ ਹੋਰ ਲੱਗਣਾ, ਡੋਜ਼ ਹੋਰ ਮਿਲਣੀ। ਇਹ ਜਿਹੜੀਆਂ 2 ਡੋਜ਼ੇਜ ਜਿਹੜੀਆਂ ਨੇ ਉਹ ਕਿਉਂ ਜਿਹੜੀਆਂ ਨੇ ਉਹ ਲੈਣੀਆਂ ਪੈਂਦੀਆਂ, ਇਹ ਕੁਐਸਚਨ ਵੀ ਰੇਜ਼ ਹੁੰਦਾ ਵੀ ਜਿੱਦਾਂ ਫਲੂ ਵੈਕਸੀਨ ਹੈਗੀ ਗਏ ਇੱਕ ਟੀਕਾ ਲਾਇਆ ਕੰਮ ਖਤਮ। ਇਹ 2 ਡੋਜ਼ ਤਾਂ ਜ਼ਰੂਰੀ ਹੈ ਕਿਉਂਕਿ ਅਸੀਂ ਪਹਿਲੀ ਵਾਰੀ ਸਾਡੇ ਬੋਡੀਜ਼ ਨੇ ਇਹ ਵਾਇਰਸ ਨੂੰ ਦੇਖਿਆ ਹੈਗਾ। ਸੋ ਜਿਹੜੇ ਪਹਿਲੀ ਡੋਜ਼ ਸਾਨੂੰ ਮਿਲਦੀ ਹੈਗੀ ਆ ਉਹ ਪ੍ਰਾਈਮਿੰਗ ਡੋਜ਼ ਕਹਿੰਦੇ ਆ। ਉਹਦੇ ਨਾਲ ਤੁਹਾਡੀ ਬੋਡੀ ਸਿੱਖਦੀ ਹੈਗੀ ਤੇ ਐਂਟੀਬਾਡੀਜ਼ ਅਸੀਂ ਕਿੱਦਾਂ ਬਣਾਈਏ ਕੋਵਿਡ ਦੇ ਅਗੇਂਸਟ। ਜਦੋਂ ਥੋੜਾ ਸੈਕੰਡ ਡੋਜ਼ ਮਿਲਦਾ ਹੈਗਾ ਤੇ ਉਹਦੇ ਨਾਲ ਥੋੜੇ ਜਿਹੇ ਬੂਸਟ ਹੋ ਜਾਂਦਾ, ਤੁਹਾਨੂੰ ਥੋੜੇ ਜਿਹੇ ਜ਼ਬਰਦਸਤ ਰਿਸਪੌਂਸ ਹੁੰਦਾ ਹੈ ਤੇ ਉਹਦੇ ਨਾਲ ਤੁਹਾਡੇ ਐਂਟੀਬਾਡੀਜ਼ ਫਿਰ ਹੋਰ ਜ਼ਿਆਦਾ ਵੱਧ ਜਾਂਦੇ ਆ। ਕਿ ਤੁਸੀਂ ਦੇਖਦੇ ਹੈਗੇ ਕਿ ਪਹਿਲਾ ਡੋਜ਼ ਤੁਸੀਂ ਲਵਾ ਕੇ ਤੁਹਾਡੇ ਐਂਟੀਬਾਡੀਜ਼ ਇੱਕਦਮ ਚੜ੍ਹਦੇ ਆ ਤੇ ਫਿਰ ਹੌਲੀ ਹੌਲੀ ਥੱਲੇ ਨੂੰ ਆਉਣ ਲੱਗ ਪੈਂਦੇ ਆ। ਜਦੋਂ ਤੁਸੀਂ ਆਪਣਾ ਦੂਜਾ ਡੋਜ਼ ਲਵਾਉਂਦੇ ਆ ਤੇ ਫਿਰ ਜਿਹੜੇ ਐਂਟੀਬਾਡੀਜ਼ ਥੱਲੇ ਨੂੰ ਆਉਣ ਲੱਗੇ ਸੀਗੇ ਤੇ ਉਹ ਦੁਬਾਰਾ ਉੱਪਰ ਨੂੰ ਜਾਂਦੇ ਤੇ ਪਹਿਲੇ ਟਾਈਮ ਨਾਲੋਂ ਜ਼ਿਆਦਾ ਉੱਤੇ ਨੂੰ ਜਾਂਦੇ ਹੈ, ਜ਼ਿਆਦਾ ਬੂਸਟ ਹੁੰਦੇ ਆ। ਨਾਓ ਅਸੀਂ ਇਹ ਵੀ ਹੁਣ ਸੋਚਦੇ ਹੈਗੇ ਦੇਖਦੇ ਹੈਗੇ ਤੇ ਜਿਹਨਾਂ ਨੂੰ ਪਹਿਲਾਂ ਕੋਵਿਡ ਹੋ ਚੁੱਕਿਆ ਇਹ ਸਟੱਡੀਜ਼ ਹੋ ਰਹੇ ਆ ਦੇਖਣ ਨੂੰ ਕਿ ਉਹਨਾਂ ਦਾ ਜਿਹੜਾ ਪਹਿਲਾ ਡੋਜ਼ ਮਿਲਦਾ ਹੈਗਾ ਕੋਵਿਡ ਵੈਕਸੀਨ ਦਾ ਉਹ ਸਬਸਟੀਟਿਊਟ ਹੋ ਸਕਦਾ ਆ ਸੈਕੰਡ ਡੋਜ਼ ਦੇ ਨਾਲ। ਜਿੱਦਾਂ ਕਿ ਤੁਸੀਂ ਕਹਿ ਸਕਦੇ ਕਿ ਕੋਵਿਡ ਜਦੋਂ ਉਹਨਾਂ ਹੋਇਆ ਸੀਗਾ ਸ਼ਾਇਦ ਉਹ ਸੇਮ ਜਿੱਦਾਂ ਸਿਚੁਏਸ਼ਨ ਸੀਗਾ ਜੇ ਉਹਨਾਂ ਨੂੰ ਪਹਿਲਾ ਡੋਜ਼ ਮਿਲ ਚੁੱਕਿਆ ਹੁੰਦਾ। ਸੋ ਜੇ ਉਹਨਾਂ ਨੂੰ ਸਿਰਫ ਇੱਕ ਹੀ ਡੋਜ਼ ਮਿਲਿਆ ਤੇ ਇਹਦਾ ਮਤਲਬ ਹੈਗਾ ਕਿ ਸ਼ਾਇਦ ਉਹਨਾਂ ਦੀ ਐਂਟੀਬਾਡੀਜ਼ ਰਿਸਪੌਂਸ ਜਿਹੜੀ ਹੈਗੀ ਆ ਪਹਿਲੇ ਡੋਜ਼ ਦੇ ਨਾਲ ਸਾਡੇ ਬਾਕੀ ਇਹਦੇ ਜਿਹਨਾਂ ਨੂੰ ਨਹੀਂ ਕੋਵਿਡ ਹੋਇਆ ਹੈਗਾ ਉਹ ਸੇਮ ਰਿਐਕਸ਼ਨ ਹੋ ਸਕਦੀ ਹੈ। ਇਹ ਅੱਜ ਸਟੱਡੀ ਕਰਦੇ ਆ। ਸੋ ਅਸੀਂ ਇਸ ਵਕਤ ਤਾਂ ਕਹਿੰਦੇ ਹੈਗੇ ਕਿ ਤੁਹਾਨੂੰ 2 ਡੋਸਿਸ ਦੀ ਲੋੜ ਹੈਗੀ ਆ ਜੇ ਤੁਹਾਨੂੰ ਕੋਵਿਡ ਹੋ ਚੁੱਕਿਆ ਪਹਿਲਾਂ, ਪਰ ਜੇ ਕਹਾਂ ਪਤਾ ਲੱਗੂਗਾ ਕਿ ਇਹ ਕਹਾਂ ਦੀ ਸੇਮ ਰੈਕਮੈਂਡੇਸ਼ਨਸ ਹੋਣਗੇ ਕਿ ਨਹੀਂ। ਥੈਂਕ ਯੂ। ਦੂਸਰਾ ਇਹ ਸਵਾਲ ਕਾਫੀ ਆਉਂਦਾ ਕਿ COVID-19 ਵੈਕਸੀਨ ਦੇ ਕੋਈ ਸਾਈਡ ਇਫੈਕਟ ਵੀ ਹੈਗੇ ਆ ਤੇ ਇਹ ਵੀ ਸਵਾਲ ਆਉਂਦਾ ਕਿ ਕਈ ਵਾਰੀ ਪਹਿਲੇ ਤੇ ਨਹੀਂ ਉਨਾ ਹੋਊਗਾ, ਸੈਕੰਡ ਡੋਸਿਸ ਤੇ ਜ਼ਿਆਦਾ ਸਾਈਡ ਇਫੈਕਟ ਵੀ ਹੋ ਸਕਦਾ। ਇਹਦਾ ਜੀ ਥੋੜਾ ਜਿਹਾ ਜਾਣਕਾਰੀ ਦੱਸ ਸਕਦੇ, ਖਾਸ ਕਰਕੇ ਵੀ ਵੈਕਸੀਨ ਦੇ ਕੀ ਸਾਈਡ ਇਫੈਕਟਸ ਹੈਗੇ ਆ ਜਾਂ ਤੁਸੀਂ ਕੀ ਨੋਟ ਕਰਨਗੇ ਪਹਿਲੀ ਵਾਰੀ ਜਾਂ ਦੂਜੇ ਸ਼ਾਟ ਤੇ। ਤਾਂ ਜਦੋਂ ਆਪਾਂ ਵੈਕਸੀਨ ਲਵਾਉਂਦੇ ਆ ਜਿਹੜੇ ਆਮ ਤੌਰ ਤੇ ਸਾਈਡ ਇਫੈਕਟ ਹੁੰਦੇ ਨੇ ਉਹ ਹੈਗਾ ਵੀ ਜਿੱਥੇ ਤੁਹਾਡਾ ਟੀਕਾ ਲੱਗਿਆ ਸੀ ਉੱਥੇ ਥੋੜੀ ਜਿਹੀ ਬਾਂਹ ਦੁਖ ਸਕਦੀ ਹੈ, ਮਾੜੀ ਜਿਹੀ ਸੋਜ ਪੈ ਸਕਦੀ ਹੈ, ਕਈ ਲੋਕਾਂ ਨੂੰ ਮਾੜਾ ਜਿਹਾ ਬੁਖਾਰ ਚੜ ਜਾਂਦਾ, ਹੱਡ ਪੈਰ ਟੁੱਟਦਾ, ਸਿਰ ਦਰਦ ਹੁੰਦਾ, ਉਹ ਹੁੰਦਾ ਪਹਿਲੀ ਡੋਜ਼ ਦਾ। ਤੇ ਜਿਵੇਂ ਡਾਕਟਰ ਗਰੇਵਾਲ ਨੇ ਕਿਹਾ ਹੈਗਾ ਸੈਕੰਡ ਡੋਜ਼ ਜਦੋਂ ਆਪਾਂ ਲਾਉਂਦੇ ਹਾਂ ਆਪਣੀ ਬਾਡੀ ਨੂੰ ਜ਼ਿਆਦਾ ਜ਼ਬਰਦਸਤ ਇਮਿਊਨ ਰਿਸਪੌਂਸ ਮਿਲਦਾ
ਜਦੋਂ ਤੁਹਾਨੂੰ ਜ਼ਬਰਦਸਤ ਇਮਿਊਨ ਰਿਸਪਾਂਸ ਮਿਲਦਾ ਉਹਦੇ ਨਾਲ ਸਾਈਡ ਇਫੈਕਟਸ ਵੀ ਥੋੜੇ ਜਿਹੇ ਜ਼ਿਆਦਾ ਹੋ ਸਕਦੇ ਨੇ। ਸ਼ਾਇਦ ਤੁਹਾਡਾ ਸਿਰ ਦਰਦ ਹੋਵੇ, ਤੁਹਾਨੂੰ ਥੋੜੇ ਜਿਹੇ ਫਟੀਗ ਹੋਵੇ, ਕਈ ਲੋਕਾਂ ਨੂੰ ਜਿਵੇਂ ਦਿਲ ਪੱਟ ਹੋ ਰਿਹਾ ਸੀ, ਜ਼ਿਆਦਾ ਹੱਡ ਪੈਰ ਟੁੱਟਦਾ, ਬਟ ਉਹ 1-2 ਦਿਨਾਂ ਦੇ ਵਿੱਚ ਬਿਲਕੁਲ ਠੀਕ ਹੋ ਜਾਂਦੇ ਹੋ। ਮੇਰੇ 2 ਟੀਕੇ ਲੱਗੇ ਨੇ। ਸੋ ਜਦੋਂ ਮੇਰਾ ਪਹਿਲਾਂ ਲੱਗਿਆ ਸੀ ਮੈਨੂੰ ਸਿਰਫ ਮਾੜੀ ਜਿਹੀ ਬਾਂਹ ਦੁਖੀ ਬਸ, ਤੇ ਜਦੋਂ ਮੇਰਾ ਦੂਜਾ ਲੱਗਿਆ ਸੀ ਮੈਨੂੰ ਲੱਗਿਆ ਸੀ ਮੈਂ ਥੋੜੀ ਜਿਹੀ ਥੱਕੀ ਹੋਈ ਹਾਂ, ਸਿਰ ਦਰਦ ਹੋ ਰਿਹਾ ਸੀ, ਥਕੇਮਾ ਸੀ, ਪਰ 2 ਦਿਨਾਂ ਬਾਅਦ ਮੈਂ ਬਿਲਕੁਲ ਬੈਕ ਟੂ ਨਾਰਮਲ ਸੀਗੀ। ਸੋ ਕੋਈ ਖਾਸ ਸਾਈਡ ਇਫੈਕਟ ਨਹੀਂ ਹੁੰਦੇ, ਪਰ ਦੂਜੇ ਟੀਕੇ ਨਾਲ ਹਾਂਜੀ ਜ਼ਰੂਰ ਹੋ ਸਕਦਾ ਵੀ ਤੁਹਾਨੂੰ ਥੋੜਾ ਜਿਹਾ ਜ਼ਿਆਦਾ ਮਹਿਸੂਸ ਹੁੰਦਾ। ਇੱਕ ਹੋਰ ਜਿਹੜਾ ਬੜਾ ਸਵਾਲ ਐਵਰੀਡੇ ਹੁੰਦਾ ਉਹ ਹੈਗੇ ਜਿਹੜੇ ਸਾਡੇ ਨੌਜਵਾਨ ਬੱਚੇ ਬੱਚੀਆਂ ਨੇ ਨਾ, ਖਾਸ ਕਰਕੇ ਆਪਣੀ ਕਮਿਊਨਿਟੀ 'ਚ ਵੀ ਮੈਂ ਖਾਸ ਕਰਕੇ ਦੇਖਿਆ ਉਹ ਸਵਾਲ ਉਠਾਉਂਦੇ ਰਹਿੰਦੇ। ਉਹ ਕਹਿੰਦੇ ਜੀ ਵੀ ਇਹ ਕੀ ਆ ਜਿਹੜੀ COVID-19 ਹੈਗੀ ਆ, ਇਹ ਤਾਂ ਇਕੱਲੇ ਬਜ਼ੁਰਗ ਜਿਹੜੇ ਹੈਗੇ ਨੇ ਉਹਨਾਂ ਨੂੰ ਹੀ ਜਿਹੜੇ ਨੇ ਇਹ ਬਿਮਾਰ ਕਰਦੀ ਆ, ਔਰ ਇਕੱਲੇ ਉਹਨਾਂ ਨੂੰ ਹੀ ਇਕੱਲੀ ਉਹਨਾਂ ਦੀ ਜਾਨ ਲੈ ਲੈਂਦੀ ਆ, ਰਾਈਟ। ਤੇ ਅਸੀਂ ਇਹਨੂੰ ਜਿਹੜਾ ਵਾ ਸਾਨੂੰ ਤਾਂ ਇਹਦੀ ਲੋੜ ਨਹੀਂ ਹੈਗੀ। ਔਰ ਦੂਸਰੇ ਇਹ ਕਹਿੰਦੇ ਨੇ ਜੀ, ਮੇਰੇ ਹੁਣ ਪੁੱਛਦੇ ਨੇ ਸਾਨੂੰ ਇਹ ਵੀ ਮੈਂ ਆਪਣੇ ਐਲਡਰੀ ਪੇਰੈਂਟਸ ਨਾਲ ਰਹਿ ਰਿਹਾ ਤੇ ਜੇ ਉਹਨਾਂ ਦੇ ਲੱਗ ਗਿਆ ਟੀਕਾ ਵੈਕਸੀਨ ਦਾ ਤੇ ਉਹਨੂੰ ਵੀ ਹੁਣ ਮੈਨੂੰ ਵੀ ਲੋੜ ਹੈਗੀ ਆ, ਕਿਉਂਕਿ ਬਿਮਾਰ ਤਾਂ ਸਿਰਫ ਬਜ਼ੁਰਗ ਹੀ ਹੋ ਰਹੇ ਆ, ਯੰਗ ਪੀਪਲ ਤਾਂ ਜਿਹੜੇ ਆ ਇਹਦੇ ਨਾਲ ਬਿਮਾਰ ਜਾਂ ਮਰ ਨਹੀਂ ਰਹੇ ਹੈਗੇ। ਤੇ ਦੂਸਰਾ ਇਹ ਹੈਗਾ ਵੀ ਜਿਹੜੇ ਬੱਚੇ ਆ ਹਾਊਸ ਦੇ ਵਿੱਚ ਉੱਥੇ ਰਹਿੰਦੇ, ਉਹਨਾਂ ਦੇ ਵੀ ਜਿਹੜੇ ਨੇ ਕਿਉਂ ਨਹੀਂ ਵੈਕਸੀਨ ਜਿਹੜੀ ਹੈਗੀ ਉਹ ਲੱਗਦੀ। ਨਹੀਂ ਤਾਂ ਇਹ ਜ਼ਰੂਰੀ ਕੁਐਸਚਨ ਰੇਜ਼ ਕਰਦੇ ਆ ਵੀ ਜਦੋਂ ਵੈਕਸੀਨ ਦੀ ਲੋੜ ਆਉਂਦੀ ਸਾਰਿਆਂ ਨਾਲੋਂ ਪਹਿਲਾਂ ਜਦੋਂ ਸਕੂਲਾਂ 'ਚ ਬੱਚਿਆਂ ਦੇ ਆ ਉਹ ਲੱਗਦੀ ਆ। ਸੋ ਇਸ ਬਾਰੇ ਜੇ ਤੁਸੀਂ ਥੋੜਾ ਜਿਹਾ ਚਾਨਣਾ ਪਾ ਸਕੋ ਤਾਂ ਬੜਾ ਜ਼ਰੂਰੀ ਹੋਏਗਾ, ਸਾਡੇ ਖਾਸ ਕਰਕੇ ਜਿਹੜੇ ਸਾਡੇ ਯੰਗ ਨੌਜਵਾਨ ਬੱਚੇ ਬੱਚੀਆਂ ਜਿਹੜੇ ਇਹ ਮਿਥ ਲੈ ਕੇ ਫਿਰਦੇ ਹੈਗੇ। ਹਾਂਜੀ, ਤੁਸੀਂ ਬਿਲਕੁਲ ਠੀਕ ਕਹਿੰਦੇ ਆ। ਹੁਣ ਵੈਕਸੀਨਸ ਕਈ ਬਜ਼ੁਰਗਾਂ ਦੇ ਲੱਗ ਚੁੱਕੇ ਆ, ਸੋ ਉਹ ਜਿਹੜੇ ਡੈਥ ਰੇਟ ਅਸੀਂ ਅੱਗੇ ਦੇਖ ਰਹੇ ਸੀਗੇ ਉਹ ਤਾਂ ਕਾਫੀ ਘੱਟ ਗਈ ਹੈਗੀ ਆ, ਤੇ ਬਹੁਤ ਸ਼ੁਕਰ ਹੈ ਪਿਆ ਕਿ ਡੈਥ ਰੇਟ ਘੱਟ ਚੁੱਕੀ ਆ। ਪਰ ਫਿਰ ਵੀ ਅਸੀਂ ਕਹਿੰਦੇ ਹੈਗੇ ਕਿ ਸਾਰਿਆਂ ਨੂੰ ਵੈਕਸੀਨ ਲਗਵਾਉਣਾ ਚਾਹੀਦਾ ਆ, ਤੇ ਖਾਸ ਕਰਕੇ ਜੇ ਤੁਸੀਂ ਯੰਗ ਵੀ ਹੈਗੇ ਆ, ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਤੁਸੀਂ ਜੇ ਤੁਹਾਨੂੰ ਆਪ ਨੂੰ ਜਾਂ ਤਾਂ ਮਾਈਲਡ ਕੇਸ ਹੋਵੇ ਤੇ ਜਾਂ ਜਿਹੜੇ ਕਹਿੰਦੇ ਹੈਗੇ ਏਸਿਮਟੋਮੈਟਿਕ ਕੇਸ ਹੋਵੇ ਜਿਹਦੇ ਨਾਲ ਤੁਹਾਨੂੰ ਪਤਾ ਵੀ ਨਹੀਂ ਹੈਗਾ ਕਿ ਤੁਹਾਨੂੰ ਹੋਇਆ ਹੈਗਾ, ਤੁਹਾਨੂੰ ਆਪ ਨੂੰ ਤਾਂ ਕੋਈ ਬਿਮਾਰੀ ਸ਼ਾਇਦ ਨਾ ਹੋਵੇ ਜਾਂ ਮਾਈਲਡ ਹੋਵੇ, ਪਰ ਫਿਰ ਵੀ ਤੁਸੀਂ ਲੋਕਾਂ ਨੂੰ ਆਪਣੇ ਆਲੇ ਦੁਆਲੇ ਨੂੰ ਤੁਸੀਂ ਟ੍ਰਾਂਸਮਿਟ ਕਰ ਸਕਦੇ ਆ। ਸੋ ਜੇ ਤੁਹਾਨੂੰ ਆਪ ਨੂੰ ਨਾ ਕੋਈ ਜ਼ਿਆਦਾ ਬਿਮਾਰੀ ਹੋਵੇ, ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਪੇਰੈਂਟਸ ਨੂੰ ਜਾਂ ਤੁਹਾਡੇ ਗ੍ਰੈਂਡ ਪੇਰੈਂਟਸ ਨੂੰ ਤੁਸੀਂ ਜ਼ਿਆਦਾ ਬਿਮਾਰ ਨਹੀਂ ਕਰ ਸਕਦੇ। ਜੇ ਉਹਨਾਂ ਦੀ ਵੈਕਸੀਨ ਲੱਗ ਚੁੱਕੀ ਆ ਠੀਕ ਆ, ਪਰ ਕਈਆਂ ਨੂੰ ਅਜੇ ਨਹੀਂ ਲੱਗੀ ਹੈਗੀ, ਸਾਡੀ ਇਮਿਊਨਿਟੀ ਨਹੀਂ ਹੈਗੀ ਸਾਰੀ ਕਮਿਊਨਿਟੀ ਦੇ ਵਿੱਚ। ਇਹ ਵੀ ਅਸੀਂ ਦੇਖ ਰਹੇ ਹੈਗੇ ਕਿ ਜਿਹੜੇ ਨਵੇਂ ਵੇਰੀਐਂਟਸ ਆ ਰਹੇ ਆ ਉਹਨਾਂ ਦੇ ਵਿੱਚ ਵੀ ਅਸੀਂ ਦੇਖ ਰਹੇ ਹੈਗੇ ਕਿ ਯੰਗ ਪੀਪਲਸ ਨੂੰ ਵੀ ਹੁਣ ਜ਼ਿਆਦਾ ਸੀਵੀਅਰ ਇਲਨੈਸ ਹੋ ਰਹੀ ਆ। ਸੋ ਏਜ 50, ਏਜ 60, even 30, 40 ਅਸੀਂ ਦੇਖ ਰਹੇ ਹੈਗੇ ਕਿ ਉਹਨਾਂ ਦੀ ਵੀ ਅੱਜ ਕੱਲ੍ਹ ICU ਦੀ ਐਡਮਿਸ਼ਨ ਹੋ ਰਹੀਆਂ ਹੈਗੀਆਂ ਨਵੇਂ ਵੇਰੀਐਂਟਸ ਕਰਕੇ। ਸੋ ਥੋੜਾ ਦੂਜਾ ਕੁਐਸਚਨ ਸੀਗਾ, ਜੇ ਤੁਸੀਂ ਆਪਣੇ ਬਜ਼ੁਰਗ ਪੇਰੈਂਟਸ ਨਾਲ ਰਹਿੰਦੇ ਹੈਗੇ ਤੇ ਉਹਨਾਂ ਦੇ ਵੈਕਸੀਨ ਲੱਗ ਜਾਵੇਗਾ ਤੇ ਫਿਰ ਵੀ ਮੈਨੂੰ ਲੱਗਣਾ ਚਾਹੀਦਾ। ਹਾਂਜੀ, ਇਹ ਇੰਪੋਰਟੈਂਟ ਹੈਗਾ ਕਿ ਸਾਰੇ ਜਣੇ ਅਸੀਂ ਆਪਣਾ ਇੱਕ ਦੂਜੇ ਦਾ ਪਾਰਟ ਕਰੀਏ, ਫਿਰ ਆਪਾਂ ਆਪਣੇ ਆਪ ਨੂੰ ਪ੍ਰੋਟੈਕਟ ਕਰੀਏ ਤੇ ਇਸ ਨਾਲ ਅਸੀਂ ਦੂਜਿਆਂ ਨੂੰ ਸਾਰਿਆਂ ਨੂੰ ਪ੍ਰੋਟੈਕਟ ਕਰੀਏ, ਸਾਡੇ ਆਲੇ ਦੁਆਲੇ ਰਹਿੰਦੇ ਹੈਗੇ ਆ। ਤੁਸੀਂ ਆਪਣੇ ਪੇਰੈਂਟਸ ਨੂੰ ਤਾਂ ਇੰਪੈਕਟ ਨਾ ਕਰੋਗੇ ਕਿਉਂਕਿ ਉਹਨਾਂ ਦੀ ਵੈਕਸੀਨ ਲੱਗੀ ਹੈਗੀ, ਪਰ ਤੁਸੀਂ ਸ਼ਾਇਦ ਕਿਸੇ ਹੋਰ ਦੇ ਪੇਰੈਂਟਸ ਨੂੰ ਜਾਂ ਕਿਸੇ ਹੋਰ ਬ੍ਰਦਰ ਸਿਸਟਰਸ ਨੂੰ ਇੰਪੈਕਟ ਕਰ ਸਕਦੇ ਆ। ਤੇ ਥੋੜਾ ਇੱਕ ਬੱਚਿਆਂ ਦਾ ਇੱਕ ਸੀਗਾ ਜਿਹੜਾ ਬੱਚੇ ਆ ਸਕੂਲਾਂ ਦੇ ਵਿੱਚ ਉਹਨਾਂ ਅੱਗੇ ਦੂਸਰੀ ਵੈਕਸੀਨ ਉਹਨਾਂ ਦੇ ਪਹਿਲਾਂ ਲੱਗਦੀ, ਇਹ ਉਹਨਾਂ ਦੇ ਕਿਉਂ ਨਹੀਂ ਲੱਗ ਰਹੀ? ਹਾਂਜੀ, ਸੋ ਇਸ ਵਕਤ ਅਜੇ ਬੱਚੇ ਪ੍ਰਾਇੋਰਟੀਜ਼ ਨਹੀਂ ਹੈਗੇ ਵੈਕਸੀਨੇਸ਼ਨ ਰੋਲਸ ਦੇ ਵਿੱਚ, ਕਿਉਂਕਿ 2 ਰੀਜ਼ਨਸ ਹੈਗੇ ਆ। ਪਹਿਲਾਂ ਤਾਂ ਉਹਨਾਂ ਦੇ ਉਹਨਾਂ ਦੇ ਟ੍ਰਾਂਸਮਿਸ਼ਨ ਬਹੁਤ ਘੱਟ ਆ, ਉਹ ਇੱਕ ਦੂਜੇ ਨੂੰ ਟ੍ਰਾਂਸਮਿਟ ਘੱਟ ਕਰਦੇ ਆ, ਆਪਣੇ ਪੇਰੈਂਟਸ ਨੂੰ ਟ੍ਰਾਂਸਮਿਸ਼ਨ ਘੱਟ ਕਰਦੇ ਆ, ਤੇ ਨਾਲ ਦੇ ਨਹੀਂ ਉਹਨਾਂ ਨੂੰ ਜਦੋਂ ਇਲਨੈਸ ਹੁੰਦੀ ਆ ਕੋਵਿਡ ਦੀ, ਉਹਨਾਂ ਨੂੰ ਕਾਫੀ ਸੀਵੀਅਰ ਇਲਨੈਸ ਹੁੰਦੀ ਨਹੀਂ, ਉਹ ਮਾਈਲਡ ਇਲਨੈਸ ਹੁੰਦੀ ਆ ਜਾਂ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਨੂੰ ਹੋਈ ਹੁੰਦੀ ਆ। ਸੋ ਜਦੋਂ ਉਹਨੇ ਪਹਿਲਾਂ ਟ੍ਰਾਇਲਸ ਕੀਤੇ ਸੀਗੇ ਸਾਰੇ ਪਿਛਲੇ ਸਾਲ, ਉਹਨਾਂ ਦੇ ਵਿੱਚ ਉਹਨੇ ਚਿਲਡਰਨ ਨੂੰ ਇਨਕਲੂਡ ਨਹੀਂ ਕੀਤਾ ਸੀਗਾ। ਸੋ ਜਿੱਦਾਂ ਕਿ ਮੋਡਰਨਾ ਤੇ ਐਸਟਰਾਜ਼ੇਨੇਕਾ ਸਿਰਫ 18 ਏਜ ਐਂਡ ਅਪ ਸੀ, ਤੇ ਫਾਈਜ਼ਰ ਵੈਕਸੀਨ ਉਹਨੇ ਸਿਰਫ ਏਜ 16 ਐਂਡ ਅਪ ਵਿੱਚ ਸਟੱਡੀ ਕੀਤਾ ਸੀਗਾ। ਪਰ ਹੁਣ ਅੱਜ ਤੋਂ ਅਸੀਂ ਇੱਕ ਨਵੀਂ ਟ੍ਰਾਇਲ ਬਾਰੇ ਸੁਣਿਆ ਹੈਗਾ ਫਾਈਜ਼ਰ ਤੋਂ, ਤੇ ਉਹਨੇ ਡੋਜ਼ ਦਿੱਤੇ ਸੀਗੇ ਕਿਡਸ ਬਿਟਵੀਨ ਦੀ ਏਜਸ ਆਫ 12 to 15, ਤੇ ਉਹਨੇ ਛੋਟੇ ਜਿਹੇ ਟ੍ਰਾਇਲ ਦੇ ਵਿੱਚ ਆਈ ਥਿੰਕ 2200 ਪੀਪਲ ਸੀਗੇ ਉਸ ਟ੍ਰਾਇਲ ਦੇ ਵਿੱਚ, ਉਹਨੇ ਦੇਖਿਆ ਹੈਗਾ ਕਿ 100% ਇਫੈਕਟਿਵ ਹੈਗਾ ਫਾਈਜ਼ਰ ਵੈਕਸੀਨ। ਇਹਦਾ ਮਤਲਬ ਹੈਗਾ ਤੇ ਕਾਫੀ
probability high है ਤੇ ਜਦੋਂ ਤੱਕ ਨਿਆਣੇ ਸਕੂਲ ਸ਼ੁਰੂ ਕਰਨਗੇ ਸੈਪਟੈਂਬਰ ਦੇ ਵਿੱਚ ਤੇ ਉਸ ਏਜ ਦੇ ਵਿੱਚ ਵੀ ਅਸੀਂ ਵੈਕਸੀਨੇਸ਼ਨ ਸ਼ਾਇਦ ਸ਼ੁਰੂ ਕਰ ਲਾਂਗੇ। ਥੈਂਕ ਯੂ। ਨੈਕਸਟ ਸਵਾਲ ਸਾਡਾ ਹੈਗਾ ਕਿ ਜੇ ਕਿਸੇ ਨੂੰ ਜਿਹੜਾ ਕੋਈ ਪ੍ਰੈਗਨੈਂਟ ਹੈਗੀ ਆ, ਗਰਭਵਤੀ ਮਾਂ ਹੈਗੀ ਆ, ਉਹਨੂੰ ਵੈਕਸੀਨ ਲੈਣੀ ਚਾਹੀਦੀ ਆ, ਉਹਦੀ ਕੋਈ ਬੱਚੇ ਦੇ ਜਾਂ ਬੇਬੀ ਤੇ ਵੀ ਇਫੈਕਟ ਹੋ ਸਕਦਾ, ਇਸ ਦੇ ਨਾਲ ਨਾਲ ਫਰਟੀਲਿਟੀ ਦੇ ਜਾਂ ਜਿਹੜੇ ਬੇਬੀ ਲੈਣਾ ਚਾਹੁੰਦੇ ਆ ਉਹਨੂੰ ਮਦਰ ਨੂੰ ਲੈਣੀ ਚਾਹੀਦੀ ਵੈਕਸੀਨ ਜਾਂ ਨਹੀਂ ਲੈਣੀ ਚਾਹੀਦੀ, ਇਹਦੀ ਜੇ ਥੋੜੀ ਜਿਹੀ ਜਾਣਕਾਰੀ ਦਿਓ। ਹਾਂਜੀ, ਸੋ ਪਹਿਲਾਂ ਮੈਂ ਗੱਲ ਕਰਨਾ ਚਾਹੁੰਦੀ ਜਿਹੜੀ ਫਰਟੀਲਿਟੀ ਦੀ ਕੁਐਸਚਨ ਹੈਗੀ। ਸੋ ਇਹ ਅਸੀਂ ਬਹੁਤ ਸੁਣਦੇ ਹਾਂ ਫਰਟੀਲਿਟੀ ਬਾਰੇ। ਸੋ ਮੇਰੇ ਪੇਸ਼ੈਂਟ ਹੈਗੇ ਜਿਹੜੇ ਸੋਚ ਰਹੇ ਨੇ ਪ੍ਰੈਗਨੈਂਟ ਹੋਣ ਨੂੰ ਜਾਂ ਜਿਨ੍ਹਾਂ ਨੂੰ ਕੋਈ ਪ੍ਰੈਗਨੈਂਟ ਹੋਣ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਇਹ ਜਿਹੜੀ ਵੈਕਸੀਨ ਹੈਗੀ ਇਹ ਪ੍ਰੈਗਨੈਂਸੀ ਸਾਰੇ ਜਿਹੜੀ ਸੋਸਾਇਟੀ ਆਫ ਗਾਇਨੋਕੋਲੋਜਿਸਟ ਐਂਡ obstetrics ਕਹਿੰਦੇ ਨੇ ਸਾਰੀ ਪ੍ਰੈਗਨੈਂਟ ਲੇਡੀਜ਼ ਨੂੰ ਇਹ ਵੈਕਸੀਨ ਆਫਰ ਹੋਣੀ ਚਾਹੀਦੀ ਆ। So it is, I'll get back to that in a minute, but ਪਹਿਲਾਂ ਸਵਾਲ sorry ਮੈਂ sidetrack ਹੋ ਗਈ ਸੀ। ਜਿਹੜੀ ਇਨਫਰਟੀਲਿਟੀ ਦਾ ਸਵਾਲ ਹੈਗਾ, ਇਹ ਵੈਕਸੀਨ ਨਾਲ ਕੋਈ ਇਨਫਰਟੀਲਿਟੀ ਨਹੀਂ ਹੁੰਦੀ, ਬਿਲਕੁਲ ਨਹੀਂ ਹੁੰਦੀ, ਨਾ ਔਰਤਾਂ 'ਚ ਹੁੰਦੀ ਆ ਨਾ ਆਦਮੀਆਂ 'ਚ। ਹੁਣ ਜੇ ਕੋਵਿਡ ਕੋਈ ਆਪਣੇ ਬੰਦੇ ਨੂੰ ਹੋਵੇ, ਮੇਲ ਨੂੰ, ਉਹਦੇ ਨਾਲ ਹੋ ਸਕਦਾ ਵੀ ਤੁਹਾਡਾ ਸਪਰਮ ਕਾਊਂਟ ਥੱਲੇ ਨੂੰ ਜਾ ਸਕਦਾ ਡਿਊ ਟੂ ਟੈਸਟੀਕੂਲਰ ਇਨਫੈਕਸ਼ਨ। ਸੋ ਮੈਂ ਜ਼ਰੂਰ ਕਹੂੰਗੀ ਵੀ ਕੋਵਿਡ ਹੋਣਾ ਨਹੀਂ ਚਾਹੀਦਾ। ਸੋ ਕੋਵਿਡ ਵੈਕਸੀਨ ਦੇ ਨਾਲ ਕੋਈ ਇਨਫਰਟੀਲਿਟੀ ਇਸ਼ੂ ਨਹੀਂ ਹੁੰਦਾ। ਕੋਵਿਡ ਜੇ ਤੁਹਾਨੂੰ ਵੈਸੇ ਹੋ ਜਾਵੇ ਫਿਰ ਥੋੜਾ ਜਿਹਾ ਪੰਗਾ ਸ਼ਾਇਦ ਪਾਵੇ, ਬਟ ਕੋਵਿਡ ਵੈਕਸੀਨ ਟੋਟਲੀ ਸੇਫ ਹੈ, ਨੋ ਇਨਫਰਟੀਲਿਟੀ ਇਸ਼ੂਜ਼। ਇਹ ਆਪਣੇ ਦਿਮਾਗ ਚੋਂ ਬਿਲਕੁਲ ਕੱਢ ਦਿਓ। ਹਾਂਜੀ ਸੌਰੀ ਵੀਰ ਜੀ ਤੁਸੀਂ ਕੁਝ ਕਹਿਣਾ ਸੀ? ਨਹੀਂ ਠੀਕ ਹੈ, ਯੂ ਗੋ ਅਹੈਡ। ਜਿਹੜਾ ਆਪਾਂ ਹੁਣ ਪ੍ਰੈਗਨੈਂਸੀ ਦਾ ਹੈਗਾ, ਸੋ ਇਹ ਕੀ ਹੁੰਦਾ ਵੀ ਜਦੋਂ ਔਰਤ ਪ੍ਰੈਗਨੈਂਟ ਹੁੰਦੀ ਆ ਉਦੋਂ ਆਲਰੇਡੀ ਜਿਹੜੀ ਕੰਪਲਿਕੇਸ਼ਨਸ ਕੋਵਿਡ ਤੋਂ ਹੋ ਸਕਦੀਆਂ ਨੇ ਵੱਧ ਜਾਂਦੀਆਂ ਨੇ। ਜਿਹੜੀ ਔਰਤ ਪ੍ਰੈਗਨੈਂਟ ਹੋਵੇ ਤੇ ਉਹਨੂੰ ਕੋਵਿਡ ਹੋਵੇ, ਉਹਦੇ ਹਸਪੀਟਲਾਈਜ਼ੇਸ਼ਨਸ 8 to 11% ਆਰ ਇਨ ਹਸਪੀਟਲ, 2 ਤੋਂ 4% ICU 'ਚ ਪੈ ਜਾਂਦੇ ਨੇ, ਤੇ ਉਹਨਾਂ ਦਾ ਜਿਹੜਾ ਵੈਂਟੀਲੇਸ਼ਨ ਦਾ ਰੇਟ ਹੈ ਉਹ ਵੀ ਹਾਇਰ ਹੈਗਾ ਕੰਪੇਅਰ ਟੂ ਦੂਜੀਆਂ ਔਰਤਾਂ ਤੋਂ। ਜਿਹੜੀਆਂ ਔਰਤਾਂ ਪ੍ਰੈਗਨੈਂਟ ਹੈਗੀਆਂ ਤੇ ਉਹਨਾਂ ਦੀ ਕੋਮੋਰਬਿਡਿਟੀਜ਼ ਹੈਗੀਆਂ, ਜੇ ਉਹਨਾਂ ਦਾ ਭਾਰ ਜ਼ਿਆਦਾ ਹੋਵੇ, ਦਮਾ ਹੋਵੇ, ਸ਼ੂਗਰ ਹੋਵੇ, ਹਾਰਟ ਦੀ ਕੋਈ ਸ਼ਿਕਾਇਤ ਹੋਵੇ, ਉਹਨਾਂ ਨੂੰ ਬਿਲਕੁਲ ਵੈਕਸੀਨ ਲਵਾਉਣੀ ਚਾਹੀਦੀ ਆ। ਜਿਹੜੀ ਆਪਣੀ ਸੁਸਾਇਟੀ ਹੈਗੀ ਗਾਇਨੋਕੋਲੋਜਿਸਟ ਦੀ, obstetricians ਦੀ, ਉਹ ਕਹਿੰਦੇ ਨੇ ਵੀ ਸਾਰੀਆਂ ਔਰਤਾਂ ਨੂੰ ਆਫਰ ਕਰਨਾ ਚਾਹੀਦਾ ਹੈਗਾ ਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈਗਾ ਜੇ ਉਹ ਲਾਉਣ। ਮੈਂ ਸਾਰੀਆਂ ਔਰਤਾਂ ਨੂੰ ਬੇਨਤੀ ਕਰਾਂਗੀ ਵੀ ਆਪਣੇ ਡਾਕਟਰ ਨਾਲ ਪਹਿਲਾਂ ਗੱਲ ਕਰਕੇ ਸਾਰੇ ਸਵਾਲ ਜਵਾਬ ਨੌਲੇਜ ਲਾ ਕੇ ਫਿਰ ਡਿਸੀਜਨ ਬਣਾਇਆ ਕਰੋ। ਤੇ ਹੁਣ ਲੋਕ ਸੋਚਦੇ ਨੇ ਵੀ ਇਹ ਤਾਂ ਔਰਤਾਂ ਦੀ ਕੋਈ ਸਟੱਡੀ ਨਹੀਂ ਹੋਈ ਪ੍ਰੈਗਨੈਂਸੀ ਦੇ ਵਿੱਚ, ਸੋ ਤੁਹਾਨੂੰ ਕਿਸ ਤਰ੍ਹਾਂ ਪਤਾ? ਕਈ ਔਰਤਾਂ ਪ੍ਰੈਗਨੈਂਟ ਹੋ ਗਈਆਂ ਸੀ ਸਟੱਡੀਜ਼ ਦੇ ਵਿੱਚ ਜਦੋਂ ਸ਼ੁਰੂ ਹੋਈਆਂ ਸੀ, ਤੇ ਉਹ ਔਰਤਾਂ ਬਿਲਕੁਲ ਸੇਫ ਸੀਗੀਆਂ, ਉਹਨਾਂ ਦੇ ਬੱਚੇ ਬਿਲਕੁਲ ਠੀਕ ਪੈਦਾ ਹੋਏ ਨੇ। ਤੇ ਹੁਣ ਜਿਹੜੀਆਂ ਔਰਤਾਂ ਪ੍ਰੈਗਨੈਂਸੀ ਦੇ ਵਿੱਚ ਟੀਕੇ ਲਵਾ ਰਹੇ ਨੇ, ਕਈ ਨਰਸਿਸ ਡਾਕਟਰਸ ਨੇ ਲਾਈਆਂ ਨੇ ਜਿਹੜੇ ਫਰੰਟ ਲਾਈਨ ਤੇ ਹੁੰਦੇ ਨੇ, ਉਹਨਾਂ ਦੇ ਬੱਚੇ ਬਿਲਕੁਲ ਠੀਕ ਆਏ ਨੇ, ਤੇ ਨਾਲੇ ਬੱਚਿਆਂ ਨੂੰ ਵੀ ਪ੍ਰੋਟੈਕਸ਼ਨ ਮਿਲੀ ਆ, ਉਹਨਾਂ ਨੂੰ ਵੀ ਕੋਵਿਡ ਐਂਟੀਬਾਡੀਜ਼ ਮਾਂ ਤੋਂ ਮਿਲੀਆਂ ਨੇ। ਸੋ ਬਿਲਕੁਲ ਸੇਫ ਹੈਗਾ, ਪਰ ਜੇ ਕੋਈ ਵੀ ਸਵਾਲ ਹੈਗਾ ਪਲੀਜ਼ ਆਪਣੇ ਡਾਕਟਰ ਨਾਲ ਗੱਲ ਕਰੋ। ਥੈਂਕ ਯੂ ਡਾਕਟਰ ਜਵਿੰਦਰ। ਤੁਸੀਂ ਆਪਾਂ ਬਾਰ-ਬਾਰ ਕਹਿ ਰਹੇ ਹਾਂ ਵੀ ਸੇਫ ਹੈਗਾ, ਪਰ ਇੱਕ ਕੁਐਸਚਨ ਰੇਜ ਹੋਇਆ। ਮੇਰੇ ਆਪਣੇ ਹੀ ਪਰਮ ਪਿਆਰੇ ਮਿੱਤਰ ਉਹ ਪੋਸਟਲ ਕੈਨੇਡਾ 'ਚ ਕੰਮ ਕਰਦੇ ਹੈਗੇ ਆ, ਤੇ ਹਜੇ ਉਹ 55 ਸਾਲ ਤੋਂ ਥੱਲੇ ਵੀ ਹੈਗੇ ਨੇ। ਇਹ ਕੁਐਸਚਨ ਰੇਜ ਹੁੰਦਾ ਕਿ ਵੀ ਇੱਕ ਜਿਹੜੀ ਐਸਟਰਾਜੈਨਕਾ ਉਹਨਾਂ ਦੇ ਲੱਗਣੀ, ਵੀ ਪੋਸਟਲ ਵਰਕਰ ਜਿਹੜੇ ਆ ਉਹਨਾਂ ਨੂੰ ਇਹ ਐਸਟਰਾਜੈਨਕਾ ਜਿਹੜੀ ਆ ਉਹ ਪ੍ਰੋਵਾਈਡ ਕਰਨੀ, ਪਰ ਉਹ ਕਹਿੰਦੇ ਵੀ ਤੁਸੀਂ ਜਿਹੜੀ ਹੁਣ ਆਪਾਂ ਕੈਨੇਡਾ ਨੇ ਇਹਨੂੰ ਸਸਪੈਂਡ ਕਰ ਦਿੱਤਾ, ਜਿਹੜੇ ਅੰਡਰ 55 ਉਹਨਾਂ ਦੇ ਆਪਾਂ ਇਹ ਨਹੀਂ ਲਾਉਣੀ। ਇੱਕ ਤਾਂ ਇਹ ਕਿਉਂ ਆ, ਔਰ ਜਿਹੜਾ ਦੂਸਰਾ ਇਹਦੀ ਰੋਲ ਆਊਟ ਹੈਗੀ ਆ ਯੂਰਪੀਅਨ ਯੂਨੀਅਨ ਦੇ ਵਿੱਚ, ਉਹਨਾਂ ਨੇ ਜਿਹੜੀ ਇਹ ਬੰਦ ਕੀਤੀ ਹੈ, ਇਹਦੇ ਬਾਰੇ ਜ਼ਰੂਰ ਦੱਸੋ, ਕਿਉਂਕਿ ਬਹੁਤ ਸਾਰੇ ਲੋਕ ਨੇ ਉਹ ਹਰ ਰੋਜ਼ ਮੈਨੂੰ ਇਹੀ ਕੁਐਸਚਨ ਆਉਂਦਾ। ਮੈਂ ਇਹਨੂੰ ਪੱਕਾ 100% ਆ ਕਿ ਛੋਟੇ ਵੀ ਰਣਦੀਪ ਨੂੰ ਵੀ ਤੁਹਾਨੂੰ ਵੀ ਜੀ ਐਸਟਰਾਜੈਨਕਾ, ਮੈਂ ਵੀ ਆਪਣੀ ਮਾਂ ਨੂੰ ਲਾਉਣ ਗਿਆ ਤਾਂ ਉਹ ਪਹਿਲਾਂ ਦੱਸ ਦਿੰਦੇ ਆ ਵੀ ਉਹਨਾਂ ਦੇ ਕਿਹੜੀ ਮੋਡਰਨਾ ਲੱਗੀ, ਮੈਂ ਉਹ ਫਾਰਮ ਸਾਈਨ ਕਰੇ ਉਹਨਾਂ ਦੇ, ਤੇ ਮੈਨੂੰ ਕਹਿੰਦੇ ਤੂੰ ਤਾਂ ਪੁੱਛਿਆ ਹੀ ਨਹੀਂ ਸੱਚ, ਉਹ ਜਦੋਂ ਟੀਕਾ ਲਵਾ ਕੇ ਆ ਕੇ ਮੇਰੇ ਕਿਹੜਾ ਲੱਗਿਆ। ਮੈਂ ਕਿਹਾ ਮਾਮ ਕੋਈ ਗੱਲ ਨਹੀਂ, ਇਹ ਸਾਰੇ ਸੇਫ ਨੇ, ਪਰ ਤੁਹਾਡੇ ਜਿਹੜਾ ਹੈਗਾ ਉਹ ਮੋਡਰਨਾ। ਇਹ ਆਮ ਕੁਐਸਚਨ ਹੈਗਾ, ਇਹਦੇ ਬਾਰੇ ਪਲੀਜ਼ ਜ਼ਰੂਰ ਕਲੈਰੀਫਾਈ ਕਰੋ। ਹਾਂ, ਇਹ ਬਹੁਤ ਹੌਟ ਟੌਪਿਕ ਹੈ ਸਾਰੇ ਕੈਨੇਡਾ ਦੇ ਵਾਸਤੇ, ਤੇ ਸੋ ਆਪਾਂ ਗੱਲ ਕਰਦੇ ਹਾਂ। ਸੋ ਹੁਣ ਐਸਟਰਾਜ਼ੈਨੇਕਾ ਕਿਉਂ ਪ੍ਰੋਬਲਮ ਆਈ ਆ? ਪਹਿਲਾਂ ਤਾਂ ਮੈਂ ਕਹੂੰਗੀ ਇੱਕ ਉਹਨਾਂ ਨੂੰ ਜਿਸ ਚੀਜ਼ ਬਾਰੇ ਆਪਾਂ ਗੱਲ ਕਰਨੀ ਆ ਉਹਦਾ ਕੋਈ ਕੇਸ ਕੈਨੇਡਾ ਦੇ ਵਿੱਚ ਹੈ ਨਹੀਂ, ਨਾ BC ਦੇ ਵਿੱਚ। ਪਹਿਲਾਂ ਤਾਂ ਮੈਂ ਉਹ ਕਹਾਂ
ਜਿਹੜਾ ਉਹਨਾਂ ਯੂਰਪੀਅਨ ਯੂਨੀਅਨ ਦੇ ਵਿੱਚ ਆਇਆ ਸੀ ਵੀ ਬਹੁਤ ਰੇਅਰ ਕੇਸਿਸ ਦੇ ਵਿੱਚ ਇੱਕ ਚੀਜ਼ ਹੈਗੀ, ਉਹਦਾ ਮੈਂ ਨਾਮ ਪੜ੍ਹ ਕੇ ਦੱਸਦੀ ਹਾਂ, ਫਿਰ ਆਪਾਂ ਉਹਦਾ ਐਕਰੋਨਿਮ ਕਰਦੇ ਹਾਂ, ਵੈਕਸੀਨ ਇੰਡਿਊਸਡ ਪ੍ਰੋਥ੍ਰੋਮਬੋਟਿਕ ਇਮਿਊਨ ਥ੍ਰੋਮਬੋਸਾਈਟੋਪੀਨੀਆ। ਉਹਨੂੰ ਆਪਾਂ ਹੁਣ ਕਹਾਂਗੇ ਵਿਪਿਟ। ਵਿਪਿਟ ਕੀ ਹੁੰਦੀ ਆ ਵੀ very rare circumstances ਦੇ ਵਿੱਚ ਜਿਹੜੇ ਆਪਣੇ ਪਲੇਟਲੈਟਸ ਨੇ ਉਹ ਇਕੱਠੇ ਜ਼ਿਆਦਾ ਹੋਣ ਲੱਗ ਜਾਂਦੇ ਨੇ ਤੇ ਮਾਈਕਰੋ ਕਲੌਟਸ ਬਣਨ ਲੱਗ ਜਾਂਦੇ ਨੇ ਸਾਰੀ ਬਾਡੀ ਦੇ ਵਿੱਚ, ਐਂਡ it is a serious disease। so ਆਪਾਂ ਕਹਿ ਨਹੀਂ ਸਕਦੇ ਵੀ serious ਨਹੀਂ ਹੈਗਾ, ਹੈਗਾ, ਬਹੁਤ ਜ਼ਿਆਦਾ rare ਹੈਗਾ। ਇਹ ਜਰਮਨੀ ਤੇ ਨਾਰਵੇ ਦੇ ਵਿੱਚ ਇਹਨਾਂ ਦੇ ਕੇਸਿਸ ਥੋੜੇ ਜਿਹੇ ਜ਼ਿਆਦਾ ਦੇਖੇ ਨੇ। ਹਾਲੇ ਸਾਨੂੰ ਨਹੀਂ ਪਤਾ ਵੀ ਕਿਉਂ ਉੱਥੇ ਜ਼ਿਆਦਾ ਸੀ, ਸ਼ਾਇਦ ਕੋਈ ਹੋਰ ਉਹਦੇ ਨਾਲ ਕੋਈ ਤਲਕ ਹੋਵੇ, ਸਾਨੂੰ ਨਹੀਂ ਪਤਾ। ਸੋ ਕੈਨੇਡਾ ਨੇ ਕੀ ਕੀਤਾ ਵੀ ਉਹਨਾਂ ਨੇ ਦੇਖਿਆ ਵੀ ਹਾਂ ਯੂਰਪੀਅਨ ਯੂਨੀਅਨ ਨੂੰ ਥੋੜੇ ਜਿਹੇ ਕੰਸਰਨਸ ਹੈਗੇ ਤੇ ਬਿਕਾਜ਼ ਆਪਾਂ ਕੈਨੇਡੀਅਨਸ ਦੀ ਹੈਲਥ ਸੀਰੀਅਸਲੀ ਲੈਂਦੇ ਆ, ਹੈਲਥ ਕੈਨੇਡਾ ਤੇ ਨਾਸੀ ਕਹਿੰਦੇ ਓਕੇ ਪਰ ਸੇਫਟੀ ਸਿਗਨਲ ਨਿਕਲਿਆ ਹੋਇਆ, ਆਪਾਂ ਵੀ ਥੋੜੇ ਜਿਹੇ ਬ੍ਰੇਕਸ ਲਾਈਏ। ਆਪਾਂ ਦੇਖੀ ਵੀ ਜਿਹੜੇ ਬਹੁਤ ਜ਼ਿਆਦਾ ਰੇਅਰ ਕੇਸਿਸ ਨੇ ਉਹ ਕਿੱਥੇ ਰਹੇ ਸੀ, ਉਹ ਹੋ ਰਹੇ ਸੀ ਔਰਤਾਂ ਦੇ ਵਿੱਚ ਜ਼ਿਆਦਾ ਤੇ ਜਿਹੜੇ 50 ਸਾਲ ਤੋਂ ਥੱਲੇ ਸੀ। ਸੋ ਉਹਨਾਂ ਨੇ ਕਿਹਾ ਓਕੇ ਠੀਕ ਹੈ ਆਪਾਂ ਬ੍ਰੇਕ ਇੱਥੇ ਲਾ ਲੈਂਦੇ ਹਾਂ, ਬਟ ਜਿੱਥੇ ਸੇਫ ਹੈਗਾ ਉੱਥੇ ਆਪਾਂ ਫਿਰ ਵੀ ਇਸਤੇਮਾਲ ਕਰਾਂਗੇ। ਸੋ ਜਿਹੜੇ 55 ਤੇ 65 ਸਾਲ ਦੇ ਵਿੱਚ ਹੈਗੇ ਉਹ ਬਿਲਕੁਲ ਸੇਫ ਹੈਗਾ। ਜਿਹੜੇ ਲੋਕਾਂ ਨੇ ਹੁਣ ਆਲਰੇਡੀ ਐਸਟਰਾਜ਼ੈਨੇਕਾ 55 ਸਾਲ ਤੋਂ ਘੱਟ ਉਮਰ ਦੇ ਲਾਏ ਨੇ, ਤੁਹਾਨੂੰ ਕੋਈ ਫਿਕਰ ਵਾਲੀ ਗੱਲ ਨਹੀਂ ਹੈਗੀ। ਹਾਲੇ ਤੱਕ ਕੈਨੇਡਾ ਦੇ ਵਿੱਚ ਤੇ BC ਦੇ ਵਿੱਚ ਕੋਈ ਵਿਪਟ ਦਾ ਕੇਸ ਨਹੀਂ ਆਇਆ। ਜੇ ਆਪਾਂ ਸੋਚੀਏ ਆਸਟ੍ਰੇਲੀਆ ਦੇ ਵਿੱਚ, UK ਦੇ ਵਿੱਚ, ਇੰਡੀਆ ਦੇ ਵਿੱਚ ਵੀ ਇੰਨੇ ਮਿਲੀਅਨਸ ਐਂਡ ਮਿਲੀਅਨਸ ਆਫ ਡੋਸਸ ਲੱਗੇ ਹੋਏ ਨੇ ਤੇ ਵਿਪਟ ਦਾ ਕੋਈ ਨਾਮ ਹੀ ਨਹੀਂ ਆਇਆ। ਸੋ ਇਟ ਇਜ਼ ਰੇਅਰ, ਪਰ ਸਾਡਾ ਫਰਜ਼ ਹੈ ਵੀ ਆਪਾਂ ਕੈਨੇਡੀਅਨਸ ਨੂੰ ਸਿਹਤਾਂ ਆਪਾਂ ਸੰਭਾਲਣੀਆਂ ਨੇ ਤੇ ਆਪਾਂ ਆਪਣੇ ਕੋਲ ਹੋਰ ਆਪਸ਼ਨਸ ਹੈਗੀਆਂ। ਸੋ ਆਪਾਂ ਉਹ ਵਰਤੀਏ ਜਦ ਤੱਕ ਸੇਫਟੀ ਸਿਗਨਲ ਬੰਦ ਨਹੀਂ ਹੁੰਦਾ। ਸੋ ਇਹਦੇ ਕਰਕੇ ਕੈਨੇਡਾ ਨੇ ਥੋੜਾ ਜਿਹਾ ਪੌਜ਼ ਲਿਆ। ਮੈਂ ਕੈਨੇਡਾ ਨੂੰ ਹੈਲਥ ਕੈਨੇਡਾ ਨੂੰ ਵੀ ਬਹੁਤ ਚੰਗਾ ਕੀਤਾ ਬਿਕਾਜ਼ ਅਦਰਵਾਈਜ਼ ਲੋਕ ਫਿਰ ਹੋਰ ਪਰੇਸ਼ਾਨ ਹੁੰਦੇ ਨੇ, ਉਹ ਜਸਟ ਪੂਰੀ ਸੇਫਟੀ ਰੱਖ ਰਹੇ ਨੇ। ਦੂਜੀ ਗੱਲ ਸੌਰੀ ਜ਼ਰੂਰੀ, ਸੋ ਜਿਹੜੇ ਲੋਕਾਂ ਨੇ ਲਾਇਆ ਹੋਇਆ ਸ਼ਾਇਦ ਉਹ ਪਰੇਸ਼ਾਨ ਹੋਣ ਹੁਣ। ਸੋ ਜਿਹੜੀ ਵਿਪਟ ਦੀ ਮੈਂ ਇਹ ਵੀ ਦੱਸ ਦਿੰਦੀ ਹਾਂ ਉਹਦੇ ਨੈਣ ਨਕਸ਼ੇ ਕੀ ਨੇ। ਜਿਹੜੇ ਉਹਦੇ ਨੈਣ ਨਕਸ਼ੇ ਨੇ ਉਹ ਸ਼ੁਰੂ ਹੁੰਦੇ ਨੇ ਟੀਕੇ ਲਵਾਉਣ ਤੋਂ 4 ਜਾਂ 20 ਦਿਨ ਦੇ ਦਰਮਿਆਨ। ਸੋ ਟੀਕਾ ਲਾਇਆ, ਸੋ day 4 to day 20 ਦੇ ਵਿੱਚ ਸ਼ਾਇਦ ਤੁਹਾਨੂੰ ਵਿਪਟ ਦੇ ਸਿੰਪਟਮ ਹੋਣ, ਪਰ ਉਹ ਬਹੁਤ ਜ਼ਿਆਦਾ ਸੀਵੀਅਰ ਨੇ। ਉਹ ਨਹੀਂ ਹੈਗੇ ਵੀ ਹੱਡ ਪੈਰ ਟੁੱਟਦਾ ਜਾਂ ਸਿਰ ਦੁਖਦਾ, ਉਹ ਨਹੀਂ ਹੈ। ਉਹ ਹੈਗਾ ਵੀ ਤੁਹਾਨੂੰ ਬਹੁਤ ਹੀ ਜ਼ਿਆਦਾ ਜ਼ਬਰਦਸਤ ਸਿਰ ਦਰਦ ਹੁੰਦਾ ਜਿਹੜਾ ਕਦੇ ਜਾਂਦਾ ਹੀ ਨਹੀਂ, ਤੁਹਾਨੂੰ ਸੀਜ਼ਰ ਝਟਕੇ ਲੱਗਦੇ ਨੇ, ਤੁਸੀਂ ਬੋਲ ਨਹੀਂ ਸਕਦੇ, ਤੁਸੀਂ ਤੁਰ ਨਹੀਂ ਸਕਦੇ, ਤੁਹਾਡਾ ਇੱਕਦਮ ਸਾਹ ਨਹੀਂ ਆਉਂਦਾ, ਬਹੁਤ ਛਾਤੀ ਦੀ ਦਰਦ ਹੋ ਰਿਹਾ। ਉਸ ਸਮੇਂ ਦੇ ਵਿੱਚ ਆਬਵੀਅਸਲੀ ਤੁਹਾਨੂੰ ਐਮਰਜੈਂਸੀ ਜਾਣਾ ਚਾਹੀਦਾ, ਪਰ ਅੱਜ ਦੀ ਘੜੀ ਕੈਨੇਡਾ ਦੇ ਵਿੱਚ ਕੋਈ ਕੇਸ ਨਹੀਂ ਹੋਇਆ। ਵੈਰੀ ਗੁੱਡ, ਥੈਂਕ ਯੂ ਡਾਕਟਰ ਜੋਨਾ। ਇਸ ਦੇ ਨਾਲ ਨਾਲ ਤੁਸੀਂ ਆਲਰੇਡੀ ਜਿਹੜਾ 55 ਤੋਂ ਥੱਲੇਆਂ ਨੂੰ ਕਿਉਂ ਲੱਗ, ਸੌਰੀ 55 ਤੋਂ ਉੱਪਰ ਵਾਲਿਆਂ ਨੂੰ ਕਿਉਂ ਲੱਗ ਰਿਹਾ ਉਹ ਤੁਸੀਂ ਆਲਰੇਡੀ ਦੱਸ ਦਿੱਤਾ, ਕਿਉਂਕਿ 55 ਤੋਂ ਜਿਹੜੇ ਥੱਲੇ ਹੈਗੇ ਆ ਉਹਨਾਂ ਦੇ ਵਿੱਚ ਹੀ ਕਿਤੇ ਕੇਸ ਨਿਕਲੇ ਆ, ਉਹਨਾਂ ਤੋਂ 50 ਸਾਲ ਤੋਂ ਅਬਾਵ ਓਵਰ ਤੇ ਨਹੀਂ ਹੋਏ, ਇਸ ਕਰਕੇ ਉਹ 55 ਤੋਂ ਉੱਪਰ ਨੂੰ ਨਹੀਂ ਸਸਪੈਂਡ ਕੀਤਾ। ਇਸ ਦੇ ਨਾਲ ਇੱਕ ਹੋਰ ਕੁਐਸਚਨ ਆਉਂਦਾ ਹੈ, ਖਾਸ ਕਰਕੇ ਸਾਡੇ ਪੰਜਾਬੀ ਭਾਈਚਾਰਾ, ਹਿੰਦੁਸਤਾਨੀ ਭਾਈਚਾਰੇ ਨਾਲ ਹੁੰਦਾ ਕਿ ਇੰਡੀਆ ਦੀ ਖਰਾ ਚੀਜ਼ ਉਹ ਪੁਰਾਣੇ ਵਹਿਮ ਹੈਗੇ ਆ ਵੀ ਉਹ ਜਿਵੇਂ ਦੁੱਧ ਦੇ ਵਿੱਚ ਦੋਜੀ ਪਾਣੀ ਕਰ ਦਿੰਦਾ ਸੀ ਜਾਂ ਉਹਨੂੰ ਮਿਲਾਵਟ ਪਾ ਦਿੰਦਾ ਸੀਗਾ, ਵੀ ਖਰਾ ਸਾਡੀ ਦਵਾਈ ਜਿਹੜੀ ਅਸੀਂ ਇੰਡੀਆ ਤੋਂ ਜੇ ਐਸਟਰਾਜ਼ੈਨੇਕਾ ਆਉਂਦੀ ਆ ਉਹ ਕੋਈ ਕਿਸੇ ਤਰ੍ਹਾਂ ਦਾ ਉਹਦਾ ਡਿਫਰੈਂਸ ਆ, ਕਿਉਂਕਿ ਐਸਟਰਾਜ਼ੈਨੇਕਾ ਇੰਡੀਆ ਤੋਂ ਵੀ ਆਉਂਦੀ ਆ, ਐਸਟਰਾਜ਼ੈਨੇਕਾ US ਤੋਂ ਵੀ ਆਉਂਦੀ ਆ, ਔਰ ਇਹ ਡਿਜ਼ਾਈਨ ਇੰਗਲੈਂਡ ਤੋਂ ਮੇਰੇ ਖਿਆਲ ਕੀਤੀ ਗਈ ਆ। ਕੋਈ ਫਰਕ ਹੈਗਾ ਇੰਡੀਆ ਦੀ ਐਸਟਰਾਜ਼ੈਨੇਕਾ ਦਾ ਜਾਂ US ਦੀ ਐਸਟਰਾਜ਼ੈਨੇਕਾ ਦਾ? ਬਿਲਕੁਲ ਕੋਈ ਫਰਕ ਨਹੀਂ ਹੈਗਾ। ਜਦੋਂ ਤੁਸੀਂ ਕਹਿੰਦੇ ਹੈਗੇ ਜਿਹੜੀ ਟੈਕਨੋਲੋਜੀ ਸੀ ਉਹ ਕ੍ਰੀਏਟ ਕੀਤੀ ਉਹਨੇ UK ਦੇ ਵਿੱਚ, ਤੇ ਉਹ ਕਹਿੰਦੇ ਸੀਗੇ ਤੇ ਅਸੀਂ ਇੰਨੀ ਕੁ ਤਾਂ ਬਣਾ ਸਕਦੇ ਹਾਂ ਆਪਣੇ ਹੋਮ ਕੰਟਰੀ ਦੇ ਵਿੱਚ, ਪਰ ਬਾਕੀ ਅਸੀਂ ਬਾਹਰਲੇ ਕੰਟਰੀਜ਼ ਨੂੰ ਫਾਰਮ ਆਊਟ ਕਰੀਏ, ਕਿਉਂਕਿ ਸਾਨੂੰ ਪਤਾ ਹੈ ਕਿ ਅਸੀਂ ਇੰਨੀ ਤੇਜ਼ ਦੇ ਨਾਲ ਅਸੀਂ ਨਹੀਂ ਬਣਾ ਸਕਦੇ ਵੈਕਸੀਨ। ਸੋ ਤਾਂ ਕਰਕੇ ਜਿੱਦਾਂ ਕਿ ਹੋਰ ਵੀ ਕਈ ਡਰੱਗਸ ਹੈਗੇ ਜਿਹੜੇ ਇੱਕ ਕੰਟਰੀ ਦੇ ਵਿੱਚ ਰਿਸਰਚ ਕਰਦੇ ਆ, ਕੰਟਰੀ ਦੇ ਵਿੱਚ ਡਿਵੈਲਪ ਕਰਦੇ ਆ ਤੇ ਫਿਰ ਦੂਜੀਆਂ ਕੰਟਰੀਜ਼ ਦੇ ਵਿੱਚ ਜਾ ਕੇ ਬਣਾਉਂਦੇ ਹੈਗੇ ਸੇਮ ਚੀਜ਼, ਐਗਜ਼ੈਕਟ ਸੇਮ ਜਿਹੜੀ ਵੈਕਸੀਨ ਹੈ ਕਿ ਤੁਹਾਨੂੰ ਇੰਡੀਆ ਤੋਂ ਜਾਂ ਯੂਰਪ ਤੋਂ ਜਾਂ US ਤੋਂ ਸੇਮ ਐਗਜ਼ੈਕਟ ਵੈਕਸੀਨ ਹੈ।
ਉਹਦੇ ਮੇਰੇ ਖਿਆਲ ਤੁਸੀਂ ਟੈਸਟਿੰਗ ਵੀ ਜਿਹੜੀ ਕੈਨੇਡੀਅਨ ਗਵਰਨਮੈਂਟ ਇਨਸ਼ੋਰ ਕਰਦੀ ਹੈ ਕਿ ਉਹ ਕੁਆਲਿਟੀ ਵੈਕਸੀਨ ਦੇ ਉੱਦਾਂ ਹੀ ਨਹੀਂ ਆਉਣ ਦਿੰਦੇ, ਜੋ ਕੈਨੇਡਾ ਦੇ ਹੈਲਥ ਸਟੈਂਡਰਡਸ ਹੈ ਉਹਦੇ ਮੁਤਾਬਿਕ ਹੀ ਬਣੀ ਹੋਵੇ ਤਾਂ ਹੀ ਆ ਸਕਦੀ ਮੇਰੀ ਅੰਡਰਸਟੈਂਡਿੰਗ ਦੇ ਮੁਤਾਬਕ। ਔਰ ਅੱਗੇ ਵੀ ਆਪਾਂ ਦਵਾਈਆਂ ਮੇਰੇ ਖਿਆਲ ਹਾਰਟ ਦੀਆਂ ਜਾਂ ਹੋਰ ਵੀ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਉਹ ਇਸੇ ਤਰ੍ਹਾਂ ਬਾਹਰ ਬਣ ਕੇ ਆਉਂਦੀਆਂ ਔਰ ਆਪਾਂ ਐਵਰੀਡੇ ਯੂਜ਼ ਕਰਦੇ ਹਾਂ ਔਰ ਹੈਲਥ ਕੈਨੇਡਾ ਨੂੰ ਟੈਸਟ ਕਰਦੀਆਂ। ਸੋ ਆਈ ਥਿੰਕ ਆਪਾਂ ਨੂੰ ਉਹਦੇ ਕੋਈ ਸ਼ੱਕ ਨਹੀਂ ਕਰਨੀ ਚਾਹੀਦੀ। ਸੋ ਸਰ ਓਵਰ ਟੂ ਤੁਸੀਂ ਨੈਕਸਟ ਸਵਾਲ ਕਰੋ। ਧੰਨਵਾਦ। ਇੱਕ ਬੜਾ ਹਾਸੋਹੀਣਾ ਸਵਾਲ ਹੈਗਾ, ਉਹ ਵੀ ਮੇਰੇ ਮਿੱਤਰ ਆਏ, ਕਹਿੰਦੇ ਜੀ ਫਿਕਰ ਨਾ ਕਰ, ਮੇਰੇ ਤਾਂ ਹੁਣ ਵੈਕਸੀਨ ਲੱਗ ਗਈ ਹੈਗੀ ਆ ਤੇ ਮੈਨੂੰ ਤਾਂ ਨਾ ਹੁਣ ਮਾਸਕ ਪਾਉਣ ਦੀ ਲੋੜ ਆ, ਨਾ ਉਹ ਫਿਜ਼ੀਕਲ ਜਿਹੜਾ ਸੋਸ਼ਲ ਡਿਸਟੈਂਸ ਮੇਨਟੇਨ ਕਰਨ ਦੀ ਲੋੜ ਆ। ਇਹ ਤੁਸੀਂ ਦੱਸੋ ਵੀ ਜਿਹੜੇ ਇਹੋ ਜਿਹੇ ਮਿੱਤਰ ਸਾਡੇ ਹੈਗੇ ਨੇ ਜਿਹੜੇ ਸੋਚਦੇ ਨੇ ਵੀ ਸਾਡੇ ਹੁਣ ਟੀਕਾ ਲੱਗ ਗਿਆ ਵੀ ਸਾਨੂੰ ਅਸੀਂ ਕਿਉਂ ਜਿਹੜੀ ਆ ਸਾਨੂੰ ਲੋੜ ਨਹੀਂ ਗੀ ਮਾਸਕ ਪਾਉਣ ਦੀ ਜਾਂ ਜਿਹੜਾ ਵਾ 2 ਮੀਟਰ ਦਾ ਸੋਸ਼ਲ ਡਿਸਟੈਂਸ ਰੱਖਣ ਦੀ, ਉਹ ਜ਼ਰੂਰ ਪਲੀਜ਼ ਥੋੜਾ ਜਿਹਾ ਚਾਨਣਾ ਪਾਓ। ਹਾਂਜੀ, ਅਸੀਂ ਸਾਰਿਆਂ ਦੋਸਤਾਂ ਨੂੰ ਭੈਣਾਂ ਭਰਾਵਾਂ ਨੂੰ ਬੇਨਤੀ ਕਰਦੇ ਹੈਗੇ ਤੇ ਇਹ ਗੱਲ ਜ਼ਰੂਰ ਹੈਗੀ ਤੇ ਤੁਹਾਡੀ ਵੈਕਸੀਨ ਲੱਗ ਗਈ ਹੈ ਤੇ ਤੁਸੀਂ ਪ੍ਰੋਟੈਕਟ ਹੋ ਗਏ, ਆਪਣੇ ਆਪ ਪ੍ਰੋਟੈਕਟ ਹੋ ਗਏ। ਪਰ ਸਾਨੂੰ ਅਜੇ ਇਹ ਨਹੀਂ ਪਤਾ ਹੈਗਾ ਕਿ ਜਦੋਂ ਸਾਡੇ ਆਪ ਵੈਕਸੀਨ ਲੱਗਦੀ ਹੈਗੀ ਆ ਅਸੀਂ ਫਿਰ ਵੀ ਅਸੀਂ ਨੱਕ ਦੇ ਵਿੱਚ ਜੇ ਵਾਇਰਸ ਸਾਡਾ ਰਹਿੰਦਾ ਹੈਗਾ ਥੋੜੇ ਚਿਰ ਲਈ, ਉਹਨੂੰ ਫਿਰ ਵੀ ਸ਼ਾਇਦ ਅਸੀਂ ਟ੍ਰਾਂਸਮਿਟ ਕਰ ਸਕਦੇ ਹੈਗੇ ਲੋਕਾਂ ਨੂੰ। ਸੋ ਜਦੋਂ ਤੱਕ ਸਾਡੀ 70, 80, 90% ਸਾਡੀ ਕਮਿਊਨਿਟੀ ਦੀ ਇਮਿਊਨਿਟੀ ਨਹੀਂ ਹੁੰਦੀ, ਉਹਨਾਂ ਦੀ ਵੈਕਸੀਨੇਸ਼ਨ ਨਹੀਂ ਹੁੰਦੀ, ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਸਾਰੇ ਭੈਣਾਂ ਭਰਾਵਾਂ ਨੂੰ, ਸਾਰੇ ਕੈਨੇਡੀਅਨਸ ਨੂੰ ਅਸੀਂ ਪ੍ਰੋਟੈਕਟ ਕਰੀਏ ਤੇ ਆਪਣਾ ਮਾਸਕ ਆਪਾਂ ਪੂਰੀ ਤਰ੍ਹਾਂ ਪਾਈਏ ਤੇ ਸੋਸ਼ਲ ਡਿਸਟੈਂਸਿੰਗ ਰੱਖੀਏ ਜਦੋਂ ਤੱਕ ਸਾਡੇ ਸਾਇੰਟਿਸਟ ਤੇ ਸਾਡੀ ਗਵਰਨਮੈਂਟ ਸਾਨੂੰ ਕਹਿੰਦੀ ਹੈਗੀ ਕਿ ਤੁਸੀਂ ਲਾਓ ਔਰ ਤੁਸੀਂ ਖੁੱਲ੍ਹੀ ਤਰ੍ਹਾਂ ਜਾ ਕੇ ਇੱਕ ਦੂਜੇ ਨੂੰ ਮਿਲੋ, ਜੱਫੀਆਂ ਪਾਓ ਤੇ ਤੁਸੀਂ ਇੱਕ ਦੂਜੇ ਨਾਲ ਸੋਸ਼ਲਾਈਜ਼ ਕਰ ਸਕਦੇ ਹੋ। ਥੋੜੇ ਮਹੀਨੇ ਆ ਸਰ। ਤੁਸੀਂ ਮਿਊਟ ਹੋ ਰਹੇ ਆ। You're muted. ਥੈਂਕ ਯੂ। ਕਾਫੀ ਸਾਨੂੰ ਸਵਾਲ ਇਹ ਵੀ ਆਉਂਦਾ ਹੁੰਦਾ ਕਿ ਇਹ ਵੈਕਸੀਨ ਜਿਹੜੀ ਹੈਗੀ ਆ ਇਹ ਓਰੀਜਨਲ ਜਿਹੜੀ COVID-19 ਉਹਦੇ ਲਈ ਡਿਜ਼ਾਈਨ ਕੀਤੀ ਗਈ ਆ ਤੇ ਜਿਹੜੇ ਹੁਣ ਨਵੇਂ ਵੇਰੀਐਂਟ ਹੈਗੇ ਆ ਇਹਨਾਂ ਦੇ ਉੱਤੇ ਵੀ ਕੰਮ ਕਰੂਗੀ। ਇਹ ਜਿਹੜੀਆਂ 3-4 ਵੈਕਸੀਨਸ ਹੈਗੀਆਂ ਇਹਨਾਂ ਦੇ ਉੱਤੇ ਵੀ ਇਫੈਕਟਿਵ ਹੈਗੇ, ਜਿਵੇਂ ਹੁਣ ਬ੍ਰਾਜ਼ੀਲ ਤੋਂ, ਇੰਗਲੈਂਡ ਤੋਂ ਤੇ ਸਾਊਥ ਅਫਰੀਕਾ ਤੋਂ ਵੇਰੀਐਂਟ ਆਏ ਆ। ਹਾਂਜੀ, ਸੋ ਜਿਹੜੀ ਇਹ ਜ਼ਰੂਰ ਹੈਗਾ ਹੁਣ ਆਪਾਂ ਰੇਸ ਦੇ ਵਿੱਚ ਬਿਟਵੀਨ ਵੇਰੀਐਂਟਸ ਐਂਡ ਵੈਕਸੀਨ, ਸੋ ਜਿੰਨਾ ਆਪਾਂ ਛੇਤੀ ਵੈਕਸੀਨਸ ਲੋਕ ਦਵਾ ਸਕਦੇ ਨੇ ਵਧੀਆ ਗੱਲ ਹੈਗੀ। ਪਰ ਜਿਹੜੇ ਹੁਣ UK ਵੇਰੀਐਂਟ ਜਿਹੜਾ ਸਭ ਤੋਂ ਹੁਣ ਵੱਧ ਰਿਹਾ ਹੈਗਾ ਤੇ ਜਿਹੜੇ ਬ੍ਰਾਜ਼ੀਲੀਅਨ P1 ਵੇਰੀਐਂਟ ਵੀ ਹੁਣ ਆ ਰਿਹਾ, ਉਹਦੇ ਨਾਲ ਜਿਹੜੀ ਸੋ ਫਾਰ ਜਿਹੜਾ ਡਾਟਾ ਸਾਡੇ ਕੋਲ ਹੈਗਾ ਉਹ ਡੈਫੀਨਿਟਲੀ ਹੈਗਾ ਵੀ ਮੌਤ ਤੋਂ ਬਚਾਉਂਦਾ ਹੈਗਾ ਤੇ ਸੀਰੀਅਸ ਇਲਨੈਸ ਤੋਂ ਵੀ ਬਚਾਉਂਦਾ ਹੈਗਾ। ਬਟ ਹਲੇ ਵੀ ਇਹ ਵੇਰੀਐਂਟਸ ਥੋੜੇ ਜਿਹੇ ਜ਼ਿਆਦਾ ਤਕੜੇ ਹੈਗੇ, ਸੋ ਹਲੇ ਵੀ ਆਪਾਂ ਬਿਮਾਰ ਹੋ ਸਕਦੇ ਹਾਂ ਬਟ ਇੰਨੇ ਨਹੀਂ ਹੋਵਾਂਗੇ। ਸੋ ਮੌਤ ਤੋਂ ਬਚਾਉਂਦੇ ਨੇ ਤੇ ਵੈਂਟੀਲੇਟਰ ICU ਤੋਂ ਬਚਾਉਂਦੇ ਨੇ। ਸੋ ਹਾਂਜੀ, ਇੱਕ ਥੈਂਕ ਯੂ ਡਾਕਟਰ ਜਵੰਦਾ, ਤੁਸੀਂ ਹੁਣ ਫੈਮਿਲੀ ਫਿਜ਼ੀਸ਼ੀਅਨ ਹੈਗੇ ਹੋ, ਮੈਨੂੰ ਕਾਫੀ ਮਰੀਜ਼ ਇੱਦਾਂ ਆਉਂਦੇ ਹੋਣਗੇ ਉਹ ਆ ਕੇ ਤੁਹਾਨੂੰ ਕਹਿੰਦੇ ਹੋਣੇ, ਸਿਫਾਰਿਸ਼ ਕਰਦੇ ਹੋਣਗੇ, ਦੇਖੋ ਜੀ ਮੈਨੂੰ ਤਾਂ ਡਾਇਬਟੀਜ਼ ਹੈਗੀ ਆ, ਮੈਨੂੰ ਤਾਂ ਅੱਜ ਆਹ ਬਿਮਾਰੀ ਹੈਗੀ ਆ, ਸੋ ਮੇਰੇ ਜਿਹੜਾ ਟੀਕਾ ਵਾ ਉਹ ਮੈਂ ਜ਼ਿਆਦਾ ਰਿਸਕ ਤੇ ਹੈਗਾ COVID-19 ਦੇ, ਵੀ ਮੇਰੇ ਜਿਹੜਾ ਟੀਕਾ ਹੈਗਾ ਉਹ ਦੂਜਿਆਂ ਨਾਲੋਂ ਜਿਹੜਾ ਵਾ ਉਹ ਪਹਿਲਾਂ ਲੱਗਣਾ ਚਾਹੀਦਾ ਹੈਗਾ। ਤੁਸੀਂ ਚਾਨਣਾ ਪਾ ਸਕਦੇ ਕਿ ਜਦੋਂ BC ਗਵਰਨਮੈਂਟ ਨੇ ਜਾਂ BC ਦੇ ਵਿੱਚ ਜਦੋਂ ਇਹ ਰੋਲ ਆਊਟ ਕੀਤੀ ਹੈਗੀ ਪਲਾਨ, ਜਿਹੜੀ ਇਹਦੀ ਸਕੈਜੂਅਲ ਉਹ ਕਿਸ ਤਰੀਕੇ ਨਾਲ ਡਿਟਰਮਿਨ ਕੀਤਾ, ਤਾਂ ਉਹਦੇ ਬਾਰੇ ਜ਼ਰੂਰ ਪਲੀਜ਼ ਚਾਨਣਾ ਪਾਓ। ਸੋ ਜਿਹੜੇ ਰੋਲ ਆਊਟ ਸਕੈਜੂਅਲ ਉਹਨੇ ਏਦਾਂ ਡਿਟਰਮਾਈਨ ਕੀਤੀ ਸੀਗੀ ਤੇ ਜਿਹੜੇ ਸਭ ਤੋਂ ਹਾਈਐਸਟ ਰਿਸਕ ਹੈਗੇ ਆ ਬਿਮਾਰ ਹੋਣ ਦੇ ਜਾਂ ਮੌਤ ਤੋਂ, ਉਹਨਾਂ ਨੂੰ ਅਸੀਂ ਪਹਿਲਾਂ ਵੈਕਸੀਨੇਟ ਕਰਾਈਏ ਤਾਂ ਕਿ ਜਿਹੜੇ ਸਭ ਤੋਂ ਜਿਹੜੇ ਕਹਿੰਦੇ ਹੈਗੇ ਵਲਨਰੇਬਲ ਹੈਗੇ, ਸਭ ਤੋਂ ਜ਼ਿਆਦਾ ਈਜ਼ਲੀ ਬਿਮਾਰ ਹੋ ਸਕਦੇ, ਈਜ਼ਲੀ ਉਹਨਾਂ ਦੀ ਮੌਤ ਹੋ ਸਕਦੀ ਹੈ, ਪਹਿਲਾਂ ਉਹਨਾਂ ਨੂੰ ਪ੍ਰੋਟੈਕਟ ਕਰੀਏ ਤੇ ਫਿਰ ਉਸ ਤੋਂ ਬਾਅਦ ਅਸੀਂ ਬਾਕੀ ਸਾਰਿਆਂ ਨੂੰ ਪ੍ਰੋਟੈਕਟ ਕਰ ਸਕਦੇ ਹਾਂ ਹੌਲੀ ਹੌਲੀ, ਕਿਉਂਕਿ ਇਹ ਤਾਂ ਨਹੀਂ ਹੋ ਸਕਦਾ ਕਿ ਸਾਰਿਆਂ ਨੂੰ ਇੱਕਦਮ ਮਿਲ ਜਾਵੇ। ਜਦੋਂ ਸਾਡੀ ਵੈਕਸੀਨ ਆ ਰਹੀ ਹੈ ਉਹ ਅਸੀਂ ਉਸ ਹਿਸਾਬ ਦੇ ਨਾਲ ਅਸੀਂ ਰੋਲ ਆਊਟ ਕਰ ਸਕਦੇ ਹਾਂ। ਸੋ ਪਹਿਲਾ ਫੇਜ਼ ਸੀਗਾ ਪਹਿਲਾਂ ਲੌਂਗ ਟਰਮ ਕੇਅਰ ਰੈਜ਼ੀਡੈਂਟਸ, ਜਿਨ੍ਹਾਂ ਦੇ ਵਿਚਾਰੇ ਦੇ ਸਾਰੇ ਤੋਂ ਜ਼ਿਆਦਾ ਡੈਥ ਰੇਟ ਸੀਗੀ, ਤੇ ਨਾਲ ਹੈਲਥ ਕੇਅਰ ਵਰਕਰਸ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਸੀਗੇ। ਤੇ ਉਸ ਤੋਂ ਬਾਅਦ ਫੇਜ਼ 2 ਸੀਗੇ ਜਿਹੜੇ 80 ਸਾਲਾਂ ਤੋਂ ਜ਼ਿਆਦਾ ਉਮਰ ਸੀਗੇ। ਸੋ ਉਸ ਤੋਂ ਬਾਅਦ ਹੌਲੀ ਹੌਲੀ ਜਿਹੜੇ ਦੇਖਦੇ ਹੈਗੇ ਕਿ ਜਿਹਨਾਂ ਨੂੰ ਜ਼ਿਆਦਾ ਜ਼ਰੂਰਤ ਹੈਗੀ ਆ ਉਹਨਾਂ ਨੂੰ ਮਿਲੂਗੀ।
ਤੁਸੀਂ ਗੱਲ ਕਰ ਰਹੇ ਹੈਗੇ ਡਾਇਬੀਟੀਜ਼ ਦੀ ਸੋ ਇੱਕ ਹੁਣ ਨਵੀਂ ਸਟਰੀਮ ਆ ਗਈ ਹੈਗੀ ਆ ਕਲੀਨਿਕਲੀ ਐਕਸਟ੍ਰੀਮਲੀ ਵਲਨਰੇਬਲ ਸਟਰੀਮ ਤੇ ਉਹਨਾਂ ਦੇ ਵਿੱਚ ਕਾਫੀ ਲੰਬੀ ਲਿਸਟ ਹੈਗੀ ਆ ਤੇ ਉਹ ਵੀ ਉਹਨਾਂ ਨੂੰ ਵੀ ਜ਼ਿਆਦਾ ਸਾਈਡ ਇਫੈਕਟਸ ਹੋ ਸਕਦੇ ਕੋਵਿਡ ਵਾਇਰਸ ਤੋਂ ਸੋ ਉਹਨਾਂ ਨੂੰ ਪਹਿਲਾਂ ਮਿਲਣੀ ਚਾਹੀਦੀ ਆ ਸੋ ਜੇ ਤੁਹਾਡੀ ਡਾਇਬੀਟੀਜ਼ ਹੈਗੀ ਆ ਤੇ ਤੁਸੀਂ ਇਨਸੂਲਿਨ ਲੈਂਦੇ ਹੋ ਡਾਇਬੀਟੀਜ਼ ਲਈ ਤੇ ਤੁਸੀਂ ਉਸ ਲਿਸਟ ਤੇ ਹੈਗੇ ਆ ਜੇ ਤੁਹਾਡੀ ਡਾਇਬੀਟੀਜ਼ ਹੈਗੀ ਪਰ ਤੁਸੀਂ ਇਨਸੂਲਿਨ ਨਹੀਂ ਲੈਂਦੇ ਇਹਦਾ ਮਤਲਬ ਤੁਹਾਡੀ ਪ੍ਰਾਇੋਰਟੀ ਥੋੜੀ ਜਿਹੀ ਘੱਟ ਹੈ ਕਿਉਂਕਿ ਤੁਹਾਡੀ ਮੋਰਟੈਲਿਟੀ ਇਹਦੇ ਕਹਿੰਦੇ ਕਿ ਤੁਹਾਡੇ sickness rate ਜਾਂ death rate ਕਾਫੀ low ਹੈਗੀ ਆ instead of the people with insulin so ਜੇ ਤੁਸੀਂ ਉਸ ਲਿਸਟ ਤੇ ਹੈਗੇ ਤੁਹਾਨੂੰ automatically ਤੁਸੀਂ ਤੁਹਾਨੂੰ ਚਿੱਠੀ ਆਊਗੀ ਤੇ ਤੁਸੀਂ ਪਹਿਲਾਂ ਬੁੱਕ ਕਰ ਸਕਦੇ ਹੋ ਥੈਂਕ ਯੂ ਇਸ ਦੇ ਨਾਲ ਇਹ ਉਹਦਾ ਆਪਣਾ ਆਖਰੀ ਸਵਾਲ ਹੋਊਗਾ ਤੇ ਜਿਹਨੂੰ ਪੰਜਾਬੀ ਐਨ ਇੰਗਲਿਸ਼ ਦੱਸ ਦਿਓ ਸਾਡੇ ਕੋਲ ਕੋਈ ਸਰੋਤੇ ਨੇ ਪੁੱਛਿਆ ਕਿ ਇੰਗਲਿਸ਼ 'ਚ ਜੇ ਦੱਸ ਦਿਓ ਸਿਮਿਲਰ ਜਿਵੇਂ ਡਾਇਬੀਟੀਜ਼ ਦੀ ਗੱਲ ਕੀਤੀ ਜੇ ਕੋਈ ਹਾਰਟ ਕੰਡੀਸ਼ਨ ਵਾਲਾ ਹੈਗਾ ਉਹਨਾਂ ਨੂੰ ਵੀ ਕੋਈ ਪ੍ਰਾਇੋਰਟੀ ਹੈਗੀ ਆ ਜਾਂ ਉਹਨਾਂ ਨੂੰ ਵੀ ਦੱਸਣਾ ਚਾਹੀਦਾ ਆਪਣੇ ਡਾਕਟਰ ਨੂੰ ਜਾਂ ਉਹਨਾਂ ਨੂੰ ਵੈਕਸੀਨ ਲਾਉਣ ਦੇ ਵਿੱਚ ਕੋਈ ਹਰਜ ਆ ਜਾਂ ਫਾਇਦਾ ਹੈਗਾ ਜੇ ਇਹਦਾ ਵੀ ਥੋੜਾ ਜਿਹਾ ਦੱਸ ਦਿਓ ਔਰ ਇਸ ਤੋਂ ਬਾਅਦ ਫਿਰ ਆਪਾਂ ਕੰਕਲੂਡਿੰਗ ਰਿਮਾਰਕਸ ਕਰ ਲਵਾਂਗੇ ਸੋ ਜਿਹੜਾ ਆਪਣਾ ਜਿਹੜੇ ਆਪਣੀ ਕਲੀਨਿਕਲੀ ਐਕਸਟ੍ਰੀਮਲੀ ਵਲਨਰੇਬਲ ਆ ਜਿਹੜੇ ਪੁੱਛਦੇ ਨੇ ਸਾਨੂੰ ਸ਼ੂਗਰ ਹੈਗੀ ਡਾਇਬੀਟੀਜ਼ ਹੈਗੀ ਹਾਰਟ ਦੀ ਟਰਬਲ ਆ ਤੁਸੀਂ ਕਲੀਨਿਕਲੀ ਐਕਸਟ੍ਰੀਮਲੀ ਵਲਨਰੇਬਲ ਦੀ ਮੈਂ ਗੱਲ ਕਰਦੀ ਹਾਂ ਜਿਨ੍ਹਾਂ ਨੂੰ ਕੋਈ ਵੀ ਬਿਮਾਰੀ ਹੋਵੇ ਕੈਂਸਰ ਹੋਵੇ ਤੁਹਾਨੂੰ ਇਮਿਊਨੋ ਕੰਪਰੋਮਾਈਜ਼ਡ ਹੋਮੋ ਸ਼ੂਗਰ ਹੋਵੇ ਹਾਰਟ ਦੀ ਸ਼ਿਕਾਇਤ ਹੋਵੇ ਬਲੱਡ ਪ੍ਰੈਸ਼ਰ ਹੋਵੇ ਟੀਕਾ ਲਾਓ ਸਿੱਧੀ ਗੱਲ ਜੇ ਤੁਹਾਨੂੰ ਕੋਈ ਵੀ ਸ਼ੱਕ ਹੈ ਆਪਣੇ ਡਾਕਟਰ ਨਾਲ ਗੱਲ ਕਰੋ ਹੁਣ ਡਾਕਟਰ ਗਰੇਵਾਲ ਨੇ ਕਿਹਾ ਸੀ ਵੀ ਪਹਿਲਾਂ ਦੇ ਤੌਰ ਆਪਾਂ 4 ਸਟਰੀਮਸ ਹੈਗੀ ਜਿਸ ਤਰ੍ਹਾਂ ਟੀਕੇ ਲੱਗਦੇ ਨੇ ਪਹਿਲਾਂ ਵੀ ਤੁਹਾਡੀ ਜਿਸ ਤਰ੍ਹਾਂ ਤੁਹਾਡੀ ਉਮਰ ਹੈਗੀ ਅੱਜ ਕੱਲ੍ਹ ਆਈ ਥਿੰਕ 73 ਐਂਡ ਅਬਵ ਚੱਲ ਰਹੀ ਹੈ ਦੂਜੀ ਹੈਗੀ ਵੀ ਜਿਹੜੇ ਆਪਣੇ ਫਰੰਟ ਲਾਈਨ ਵਰਕਰਸ ਨੇ ਐਸੈਂਸ਼ੀਅਲ ਵਰਕਰਸ ਜਿਵੇਂ ਆਪਣੇ ਟੀਚਰ ਫਾਇਰ ਫਾਈਟਰਸ ਹੈਲਥ ਕੇਅਰ ਵਰਕਰਸ ਉਹ ਫਰੰਟ ਲਾਈਨ 'ਚ ਆ ਜਾਂਦੇ ਨੇ ਤੀਜੀ ਸਟਰੀਮ ਇਹ ਹੈਗੀ ਕਲੀਨਿਕਲੀ ਐਕਸਟ੍ਰੀਮਲੀ ਵਲਨਰੇਬਲ ਪਾਪੂਲੇਸ਼ਨ ਉਹਦੇ ਵਿੱਚ ਆਉਂਦੇ ਨੇ ਜਿਹੜੇ ਆਪਣੇ ਟ੍ਰਾਂਸਪਲਾਂਟ ਪੇਸ਼ੈਂਟ ਨੇ ਕੈਂਸਰ ਪੇਸ਼ੈਂਟ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਾਹ ਦੀ ਤਕਲੀਫ ਹੋ ਉਹ ਦਮੇ ਨਾਲ ਹਸਪੀਟਲ ਦੇ ਵਿੱਚ ਰਹਿ ਕੇ ਆਏ ਨੇ ਜਿਨ੍ਹਾਂ ਨੂੰ ਬਹੁਤ ਰੇਅਰ ਬਲੱਡ ਦੇ ਡਿਜ਼ੀਜ਼ ਹੈਗੇ ਜਿਨ੍ਹਾਂ ਦੀ ਸਪਲੀਨ ਕੱਢੀ ਹੋਈ ਆ ਜਿਨ੍ਹਾਂ ਨੂੰ ਸ਼ੂਗਰ ਹੈ ਸਿਰਫ ਜਿਹੜੇ ਟੀਕੇ ਲਾਉਂਦੇ ਨੇ ਇਨਸੂਲਿਨ ਵੈਸੇ ਨਹੀਂ ਜੇ ਤੁਸੀਂ ਗੋਲੀਆਂ ਖਾਂਦੇ ਹੋ ਫਿਰ ਨਹੀਂ ਤੁਸੀਂ ਉਹਦੇ ਵਿੱਚ ਆਉਂਦੇ ਜੇ ਤੁਹਾਨੂੰ ਕ੍ਰੋਨਿਕ ਰੀਨਲ ਡਿਜ਼ੀਜ਼ ਹੋਵੇ ਜੇ ਤੁਹਾਨੂੰ ਪ੍ਰੈਗਨੈਂਸੀ ਦੇ ਵਿੱਚ ਕੋਈ ਇਸ਼ੂ ਹੋਵੇ ਇਹ ਜੀ ਆਉਂਦੇ ਨੇ ਉਹ ਸਰਕਾਰ ਨੇ ਤੁਹਾਨੂੰ ਸਿੱਧੀ ਚਿੱਠੀ ਭੇਜ ਦੇਣੀ ਆ ਉਹ ਸਾਰਾ ਕੁਝ ਦੇਖ ਲੈਂਦੇ ਨੇ ਫਾਰਮਨੈਟ ਤੇ ਜਿਹੜੀ ਬਿਲਿੰਗ ਕੋਡਸ ਤੇ ਜੇ ਉਹ ਤੁਹਾਨੂੰ ਚਿੱਠੀ ਨਹੀਂ ਆਈ ਤੇ ਤੁਸੀਂ ਇਸ ਅੰਬ੍ਰੇਲਾ ਦੇ ਥੱਲੇ ਆਉਂਦੇ ਹੋ ਫਿਰ 15 ਅਪ੍ਰੈਲ ਤੋਂ ਤੁਹਾਡਾ ਡਾਕਟਰ ਤੁਹਾਡੇ ਲਈ ਚਿੱਠੀ ਲਿਖ ਸਕਦਾ ਵਾ 15 ਅਪ੍ਰੈਲ ਤੱਕ ਕੁਛ ਨਹੀਂ ਕਰੋ ਤੁਹਾਨੂੰ ਚਿੱਠੀ ਆਊਗੀ ਜਿਹੜਾ ਆਪਣਾ ਚੌਥਾ ਲਾਈਨ ਹੈਗਾ ਉਹ ਹੁਣ ਹੈਗਾ ਆਪਣਾ ਐਸਟਰਾਜ਼ੈਨੇਕਾ ਦਾ ਜਿਹੜਾ ਤੁਸੀਂ ਆਪ ਬੁੱਕ ਕਰ ਸਕਦੇ ਹੋ bcpharmacy.ca ਤੇ ਜਾ ਕੇ ਦੇਖ ਸਕਦੇ ਹੋ ਵੀ ਤੁਹਾਡੀ ਕਿਹੜੀ ਫਾਰਮੇਸੀ ਦੇ ਰਹੀ ਹੈ ਇਫ ਯੂ ਆਰ ਬਿਟਵੀਨ 55 ਤੇ 65 ਸਾਲ ਦੇ ਵਿੱਚ ਤੇ ਤੁਸੀਂ ਸੁਣਿਆ ਕਰੋ ਖਬਰਾਂ ਵੀ ਕਿੱਥੇ ਤੁਸੀਂ ਰਜਿਸਟਰ ਹੋ ਸਕਦੇ ਹੋ ਸਰਕਾਰ ਤੋਂ ਵੈਬਸਾਈਟ ਤੋਂ ਰੇਡੀਓ ਤੇ ਸਾਰਾ ਕੁਝ ਦੱਸ ਰਹੇ ਨੇ ਸੋ ਉਹਦੇ ਨਾਲ ਪਤਾ ਲੱਗ ਜੂਗਾ ਵੀ ਤੁਸੀਂ ਕਿਸ ਤਰ੍ਹਾਂ ਟੀਕਾ ਲਵਾ ਸਕਦੇ ਹੋ ਤੇ ਕਿੱਥੇ ਲਵਾ ਸਕਦੇ ਹੋ ਧੰਨਵਾਦ ਸੋ ਅਸੀਂ ਇਹ ਜਿਹੜੀ ਤੁਹਾਡੀ ਜਾਣਕਾਰੀ ਅਸੀਂ ਆਫਟਰਵਰਡਸ ਸੁਖ ਧਾਲੀਵਾਲ ਤਾਂ ਮੈਂ ਮੇਰੇ ਫੇਸਬੁੱਕ ਸਾਈਟ ਤੇ ਸਾਡੇ ਸੋਸ਼ਲ ਮੀਡੀਆ ਤੇ ਅਸੀਂ ਆਪ ਵੀ ਸ਼ੇਅਰ ਕਰਾਂਗੇ ਜਿਹੜੀ ਫਰੇਜ਼ਰ ਹੈਲਥ ਦੀ ਖਾਸ ਕਰਕੇ ਸਾਡੇ ਰਾਈਡਿੰਗਸ ਦੇ ਜਿਹੜੇ ਏਰੀਆ ਹੈਗੇ ਤਾਂ ਵੈਬਸਾਈਟਸ ਹੈਗੇ ਕਿੱਥੇ ਤੁਸੀਂ ਜਾਣਕਾਰੀ ਹੋਰ ਲੈ ਸਕਦੇ ਸੋ ਮੈਂ ਤੁਹਾਨੂੰ ਖਾਸ ਕਰਕੇ ਡਾਕਟਰ ਗਰੇਵਾਲ ਡਾਕਟਰ ਜਵੰਡਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿੰਨੀ ਤੁਸੀਂ ਟਾਈਮ ਕੱਢ ਕੇ ਸਾਡੇ ਕੰਸਟੀਚੁਐਂਟਸ ਨੂੰ ਰੂਬਰੂ ਹੋ ਕੇ ਪੇਸ਼ ਕੀਤੀ ਔਰ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਉਹਨਾਂ ਦੇ ਕੁਐਸਚਨਸ ਆ ਉਹਨਾਂ ਦੇ ਆਨਸਰ ਕੀਤੇ ਆ ਆਈ ਥਿੰਕ ਹੋਪਫੁਲੀ ਜਿੰਨੇ ਵੀ ਸੁਣਦੇ ਹੋਣਗੇ ਇਸ ਨੂੰ ਵਧੀਆ ਸਮਝਣਗੇ ਕਿ ਇਹ ਕੀਤਾ ਗਿਆ ਗਾਂ ਵੀ ਕੋਈ ਕਿਤੇ ਸਵਾਲ ਹੋਵੇ ਜਿਵੇਂ ਦੋਨੇ ਡਾਕਟਰਾਂ ਨੇ ਕਿਹਾ ਤੁਸੀਂ ਜ਼ਰੂਰ ਆਪਣੇ ਡਾਕਟਰ ਨੂੰ ਪੁੱਛੋ ਸਾਨੂੰ ਜਾਣਕਾਰੀ ਮਿਲਦੀ ਰਹਿੰਦੀ ਆ ਅਸੀਂ ਹਮੇਸ਼ਾ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਰਹਿੰਦੇ ਐਂਡ ਮੈਂ ਆਖਰੀ ਚ ਕਹੂੰਗਾ ਕਿ ਡਾਕਟਰ ਗਰੇਵਾਲ ਤੇ ਡਾਕਟਰ ਜਵੰਡਾ ਜੀ ਕੋਈ ਲਾਸਟ ਮੈਸੇਜ ਆਪਣਾ ਕੋਈ ਦੇਣਾ ਚਾਹੁੰਦੇ ਆ ਔਰ ਆਖਰੀ ਦਮ ਤੇ MP ਸੁਖ ਧਾਲੀਵਾਲ ਹੋਣੀ ਕਲੋਜ਼ਿੰਗ ਰਿਮਾਰਕਸ ਕਹਿ ਕੇ ਇਸ ਫੋਰਮ ਨੂੰ ਬੰਦ ਕਰਨਗੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਮੈਂ ਸਿਰਫ ਕਹਿਣਾ ਚਾਹੁੰਦੀ ਹਾਂ ਵੀ ਮੈਨੂੰ ਬਹੁਤ ਗਰਵ ਹੈਗਾ ਭਾਈਚਾਰੇ ਦੇ ਵਿੱਚ ਬਿਕਾਜ਼ ਮੈਨੂੰ ਪਤਾ ਬਹੁਤ ਲੋਕ ਆਪਣੇ ਵੱਡੇ ਪਰਿਵਾਰਾਂ ਨਾਲ ਰਹਿੰਦੇ ਨੇ ਬਹੁਤ ਲੋਕ ਆਪਣੇ ਫਰੰਟ ਲਾਈਨ ਐਸੈਂਸ਼ੀਅਲ ਵਰਕਰਸ ਨੇ ਸੋ ਮੈਂ ਬਹੁਤ ਧੰਨਵਾਦ ਕਰਦੀ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਬਚਾ ਕੇ ਰੱਖਿਆ ਅੱਜ ਤੱਕ ਤੇ ਇੰਨਾ ਤਕੜਾ ਕੰਮ ਤੁਸੀਂ ਸਾਰੇ ਕਰ ਰਹੇ ਹੋ ਆਪਾਂ ਸਾਰੇ ਥੱਕ ਰਹੇ ਹਾਂ ਕੋਵਿਡ ਤੋਂ ਮੈਂ ਤਾਂ ਆਪ ਦੁਖੀ ਹੋਈ ਪਈ ਹਾਂ ਬਟ ਆਪਾਂ ਹੁਣ ਥੋੜਾ ਜਿਹਾ ਸੱਚੀ ਆਪਾਂ ਕਹੀ ਜਾਂਦੇ ਥੋੜਾ ਜਿਹਾ ਸਮਾਂ ਪਰ ਸੱਚੀ ਥੋੜਾ ਜਿਹਾ ਸਮਾਂ ਹੈਗਾ ਹੁਣ
ਸੋ ਜਦੋਂ ਤੁਹਾਡੇ ਟੀਕੇ ਲੱਗ ਗਏ, ਜਦੋਂ ਆਪਣੀ ਹਰਡ ਇਮਿਊਨਿਟੀ ਹੋਗੀ, ਫਿਰ ਆਪਾਂ ਬਚ ਸਕਦੇ ਹਾਂ। ਤੇ ਮੈਨੂੰ ਬੇਨਤੀ ਇਹ ਵੀ ਹੈ ਜਿਹੜੇ ਆਪਣੇ 20 to 40 year old ਗਰੁੱਪ ਹੈਗਾ ਵੀ ਤੁਸੀਂ ਹੁਣ ਖਤਰੇ 'ਚ ਹੈਗੇ ਵੇਰੀਐਂਟਸ ਦੇ ਨਾਲ, ਸੋ ਪਲੀਜ਼ ਇਹਨਾਂ ਨੂੰ ਲਾਈਟਲੀ ਨਹੀਂ ਲਓ ਤੇ ਆਪਣਾ ਬਚਾਅ ਰੱਖੋ, ਮਾਸਕ ਪਾਓ, ਸੋਸ਼ਲ ਡਿਸਟੈਂਸਿੰਗ ਕਰੋ ਤੇ ਇਹ ਹੋਪਫੁਲੀ ਛੇਤੀ ਮੁੱਕ ਜਾਊਗਾ। ਥੈਂਕ ਯੂ। ਬਿਲਕੁਲ, ਮੈਂ ਵੀ ਇਹੀ ਰਿਪੀਟ ਕਰਨਾ ਚਾਹੁੰਦੀ ਹਾਂ। ਅਸੀਂ ਸਾਰੀ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਕਹਿਣਾ ਚਾਹੁੰਦੇ ਹੈਗੇ ਤੇ ਅਸੀਂ ਜਾਣਦੇ ਹੈਗੇ ਤੁਸੀਂ ਕਾਫੀ ਸੈਕਰੀਫਾਈਸਿਸ ਕਰ ਚੁੱਕੇ ਹੈਗੇ ਆਲਰੇਡੀ। ਤੁਹਾਨੂੰ ਕਾਫੀ ਡਰ ਹੈਗਾ ਕੋਵਿਡ ਦੇ ਬਾਰੇ, ਤਾਂ ਤੁਹਾਨੂੰ ਕਾਫੀ ਡਰ ਹੈਗਾ ਕੋਵਿਡ ਵੈਕਸੀਨ ਦੇ ਬਾਰੇ ਵੀ। ਤੇ ਇਸ ਕਰਕੇ ਅਸੀਂ ਜਿੰਨਾ ਵੀ ਤੁਹਾਨੂੰ ਦੱਸ ਸਕਦੇ ਆਪਣੇ ਮੈਡੀਕਲ ਨੌਲੇਜ ਯੂਜ਼ ਕਰ ਸਕਦੇ ਤੁਹਾਨੂੰ ਦੱਸਣ ਕਿ ਇਹ ਵੈਕਸੀਨ ਸਾਰੀਆਂ ਸੇਫ ਹੈਗੀਆਂ, ਸਾਰੀਆਂ ਚੰਗੀ ਤਰ੍ਹਾਂ ਕੰਮ ਕਰਦੀਆਂ ਹੈਗੀਆਂ। ਅਸੀਂ ਜ਼ਰੂਰ ਬੇਨਤੀ ਕਰਾਂਗੇ ਕਿ ਤੁਸੀਂ ਪਲੀਜ਼ ਆਪਣੀ ਵੈਕਸੀਨ ਲਵਾਓ ਤੇ ਬਿਮਾਰੀ ਨੂੰ ਬਚਾਓ। ਇੱਕ ਜਾਣ ਤੋਂ ਪਹਿਲਾਂ ਇੱਕ ਗੱਲ ਦੋਨੇ ਜਾਣੇ ਦੱਸ ਦਿਓ, ਤੁਹਾਡੇ BC ਕੋਵਿਡ ਟਾਸਕ ਫੋਰਸ ਦੇ ਕਿੰਨੇ ਡਾਕਟਰ ਹੈਗੇ ਆ? ਤੁਸੀਂ ਟੀਕੇ ਲਵਾਏ ਕਿ ਨਹੀਂ? ਤੁਸੀਂ ਵੈਕਸੀਨੇਟ ਕੀਤਾ ਔਰ ਤੁਹਾਡੇ ਪੇਰੈਂਟਸ ਨੇ ਵੈਕਸੀਨੇਟ ਕੀਤਾ ਕਿ ਨਹੀਂ? ਮੈਂ ਆਪਣੇ ਛੋਟੇ ਭਰਾ ਰਣਦੀਪ ਦਾ ਤਾਂ ਚਲੋ ਕਰਨਾ ਹੀ ਹੈ, ਕਿਉਂਕਿ ਜਿਹੜੀ ਇੱਕ ਟੀਮ ਵਰਕ ਕਰਨਾ ਇਹੋ ਜਿਹੇ ਸਮੇਂ ਤੇ ਜਿੱਥੇ ਲੋਕ ਵਨਰੇਬਲ ਸਿਚੁਏਸ਼ਨਸ ਨੇ, ਦੋ ਜਿਹੜੇ ਸਾਈਡ ਬਾਈ ਸਾਈਡ ਸਾਡੀਆਂ ਕੰਸਟੀਟੂਐਂਸੀ ਇਕੱਠੇ ਹੋ ਕੇ ਕੰਮ ਕੀਤਾ। ਪਰ ਮੈਂ ਇਹਦੇ ਨਾਲ ਅੱਜ ਕਹਿਣਾ ਜਿਹੜੀ ਇਸ ਨੂੰ ਸਫਲ ਬਣਾਉਣ ਦੇ ਵਿੱਚ ਰਣਦੀਪ ਦੇ ਸਟਾਫ ਜਿੰਨਾ ਸੀ ਉਹਨਾਂ ਦੀ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਆ ਉਹਨਾਂ ਦਾ, ਔਰ ਮੇਰੇ ਆਪਣਾ ਆਫਿਸ ਤੋਂ ਸਟਾਫ ਪਵਨ ਬਾਈ ਹੈ, ਚਾਹੇ ਉਹ ਰਣਦੀਪ ਦੇ ਭਾਂਜੇ ਨੇ, ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ। ਔਰ ਖਾਸ ਧੰਨਵਾਦ ਜਿਹੜਾ ਹੈਗਾ ਮੈਂ ਦੋਨਾਂ ਦਾ, ਡਾਕਟਰ ਨਵਦੀਪ ਗਰੇਵਾਲ ਦਾ ਔਰ ਡਾਕਟਰ ਮਧੂ ਜਵੰਦਾ ਉਹਨਾਂ ਦਾ ਕਰਨਾ ਚਾਹੁੰਦਾ, ਕਿਉਂਕਿ ਮੈਂ ਪਰਟੀਕੂਲਰਲੀ ਦੇਖਦਾ ਹਾਂ ਕਿ ਬੱਚੀਆਂ ਮੇਰੀਆਂ ਦੋਨੇ ਹੀ ਮੈਡੀਕਲ ਡਾਕਟਰਸ ਹੋਣ ਦੇ ਨਾਤੇ ਜਦੋਂ ਘਰੇ ਆਉਂਦੀਆਂ ਨੇ ਉਹ ਕੰਮ ਤੋਂ ਹੀ ਉਹਨਾਂ ਨੂੰ ਜਾਣੀ ਇੰਨਾ ਜ਼ਿਆਦਾ ਥਕੇਵਾਂ ਹੋਇਆ ਹੁੰਦਾ ਜਾਂ ਉਹ ਹੁੰਦਾ ਕਿ ਉਹਦੇ ਬਾਵਜੂਦ ਮੈਂ ਦੇਖਣਾ ਕਿ ਤੁਸੀਂ ਦੋਨਾਂ ਜਾਣਿਆਂ ਨੇ ਉਹ ਆਪਣਾ ਜਿਹੜੀ ਪ੍ਰੋਫੈਸ਼ਨਲ ਡਿਊਟੀ ਕਰਕੇ ਜਿਹੜਾ ਤੁਸੀਂ ਕਮਿਊਨਿਟੀ ਲਈ ਵਲੰਟੀਅਰ ਵਰਕ ਕਰ ਰਹੇ ਹੋ, ਇਹ ਇੱਕ ਜਿਹੜਾ ਹੈਗਾ ਇੱਕ ਸ਼ਬਦਾਂ 'ਚ ਬਿਆਨ ਨਹੀਂ ਹੋ ਸਕਦਾ। ਮੈਂ ਤੁਹਾਡਾ ਦੋਨਾਂ ਦਾ ਔਰ ਤੁਹਾਡੀ ਸਾਰੀ ਟੀਮ ਦਾ, ਜਿਹੜੇ ਹੋਰ ਵੀ ਤੁਹਾਡੇ COVID-19 ਸਾਊਥ ਏਸ਼ੀਅਨ ਟਾਸਕ ਫੋਰਸ ਦੇ ਮੈਂਬਰ ਨੇ, ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਪ੍ਰਮਾਤਮਾ ਕਰੇ ਤੁਸੀਂ ਹੋਰ ਤਰੱਕੀਆਂ ਕਰੋ, ਕਿਉਂਕਿ ਯੂ ਆਰ ਦਾ ਲੀਡਰਸ ਜਿਹੜੇ ਰੀਅਲ ਲੀਡਰਸ਼ਿਪ ਜਿਹੜੀ ਆ ਉਹ ਪ੍ਰੋਵਾਈਡ ਕਰ ਰਹੇ ਹੋ। ਅਸੀਂ ਠੀਕ ਆ ਪੋਲੀਟੀਕਲ ਲੋਕ ਚੁਣੇ ਜਾਂਦੇ ਆ, ਅਸੀਂ ਇੱਕ ਇਨਵਾਇਰਮੈਂਟ ਕ੍ਰੀਏਟ ਕਰ ਸਕਦੇ ਹਾਂ। ਰਣਦੀਪ ਹੋਇਆ, ਮੈਂ ਹੋਇਆ, ਬਾਕੀ ਸਾਡੇ ਹੋਰ ਜਿਹੜੇ 336 ਮੈਂਬਰਸ ਆਫ ਪਾਰਲੀਮੈਂਟ ਤੇ MLA ਜਾਂ ਜਿਹੜੇ ਚੁਣੇ ਹੋਏ ਹੋਰ ਨੁਮਾਇੰਦੇ ਨੇ, ਪਰ ਜਿਹੜਾ ਅਸਲੀ ਕੰਮ ਜਿਹੜਾ ਤੁਸੀਂ ਟੈਂਜੀਬਲ ਵਰਕ ਜਿਹੜਾ ਤੁਸੀਂ ਤੇ ਜਿਹੜੀ ਲੀਡਰਸ਼ਿਪ ਤੁਸੀਂ ਪ੍ਰੋਵਾਈਡ ਕਰ ਰਹੇ ਹੋ, ਔਰ ਪਰਟੀਕੂਲਰਲੀ ਬੀਇੰਗ ਵੂਮਨ ਜਿਹੜੀ ਹੈਗੀ ਆ, ਤੇ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ। ਚੜ੍ਹਦੀ ਕਲਾ 'ਚ ਰਹੋ, ਕਮਿਊਨਿਟੀ ਦੀ ਸੇਵਾ ਜਿਹੜੀ ਆ ਕਰਦੇ ਰਹੋ, ਕੈਨੇਡੀਅਨ ਦੀ ਸੇਵਾ 'ਚ। ਥੈਂਕ ਯੂ, ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।